ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਤੁਧ ਬਿਨਾ ਦੂਜਾ ਨਾਹੀ ਕੋਈ, ਤੂੰ ਕਰਤਾਰ ਕਰਹਿ ਸੋ ਹੋਏ। ਤੁਧ ਬਿਨਾ ਦੂਜਾ ਨਾਹੀ ਕੋਈ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕਾ, ਸਦਾ ਸਦਾ ਜਪ ਨਾਨਕ ਏਕਾ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੇ ਹੀ ਪਿਆਰ ਸਤਿਕਾਰ ਸਹਿਤ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਔਰ ਦੇਸ਼ਾਂ ਵਿਦੇਸ਼ਾਂ ਵਿੱਚ PTC ਚੈਨਲ ਦੇ ਮਾਧਿਅਮ ਰਾਹੀਂ ਇਸ ਮਹਾਨ ਪਾਵਨ ਪਵਿੱਤਰ ਅਸਥਾਨ ਤੋਂ ਗੁਰ ਸ਼ਬਦ ਵਿਚਾਰ ਨਾਲ ਜੁੜੀ ਹੋਈ ਸਾਧ ਸੰਗਤ ਅਸੀਂ ਵਡਭਾਗੇ ਹਾਂ, ਜੋ ਹਰ ਰੋਜ਼ ਮਨੁੱਖਤਾ ਦੇ ਕੇਂਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਦੇ ਹਾਂ। ਸੋ ਆਓ ਜਿੱਥੇ ਜਿੱਥੇ ਵੀ ਤਨ ਕਰਕੇ ਜੁੜ ਕੇ ਬੈਠੇ ਹਾਂ, ਮਨੋ ਬਿਰਤੀਆਂ ਇਕਾਗਰ ਕਰੀਏ। ਤਮਾਮ ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸੀਸ ਝੁਕਾਈਏ। ਜੋ ਪਾਵਨ ਪਵਿੱਤਰ ਮੁੱਖ ਵਾਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਨ 'ਤੇ ਬਖਸ਼ਿਸ਼ ਕੀਤਾ ਹੈ, ਇਸ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਸਾਰੀ ਸੰਗਤ ਇੱਕ ਮਨ ਇੱਕ ਚਿੱਤ ਹੋ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਅੱਜ ਦਾ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਤਿੰਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 723 ਤੇ ਸਤ ਸੰਗਤ ਤਿਲੰਗ ਰਾਗ ਦੇ ਅੰਦਰ ਸੁਭਾਈਮਾਨ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਗੀ ਸਿੰਘਾਂ ਨੂੰ ਇਸ ਪਵਿੱਤਰ ਸ਼ਬਦ ਨੂੰ ਜੋ ਦੂਸਰੇ ਘਰ ਦੇ ਅੰਦਰ ਗਾਉਣ ਦਾ ਸੰਕੇਤ ਦਿੱਤਾ ਹੈ। ਤੁਧ ਬਿਨਾ ਦੂਜਾ ਨਾਹੀ ਕੋਈ। ਪਹਿਲੀ ਪੰਕਤੀ ਵਿੱਚ ਹਜੂਰ ਬਖਸ਼ਿਸ਼ ਕਰਦੇ ਨੇ ਕਿ ਤੁਧ ਬਿਨ ਦੂਜਾ, ਕਿ ਵਾਹਿਗੁਰੂ ਤੇਰੇ ਤੋਂ ਬਗੈਰ ਸੰਸਾਰ ਦੇ ਉੱਤੇ ਹੋਰ ਕੋਈ ਵੀ ਕੁਝ ਕਰਨ ਦੇ ਸਮਰੱਥ ਨਹੀਂ ਹੈ। ਯਾਦ ਰੱਖਣਾ ਸਾਧ ਸੰਗਤ, ਜਦੋਂ ਵੀ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਅਕਾਲ ਪੁਰਖ ਜੀ ਨੂੰ ਸੰਬੋਧਨ ਹੋ ਕੇ ਕੋਈ ਬੇਨਤੀ ਕੀਤੀ ਹੈ ਜਾਂ ਕੋਈ ਸ਼ਬਦ ਵਰਤਿਆ ਹੈ, ਉੱਥੇ ਜਾਂ ਤੁਧ ਸ਼ਬਦ ਵਰਤਿਆ ਹੈ ਤੇ ਜਾਂ ਤੂੰ ਸ਼ਬਦ ਵਰਤਿਆ ਹੈ। ਤੇ ਆਮ ਕਰਕੇ ਅਸੀਂ ਤੂੰ ਸ਼ਬਦ ਉਦੋਂ ਵਰਤਦੇ ਹਾਂ ਜਦੋਂ ਕੋਈ ਸਾਡੇ ਸਾਹਮਣੇ ਹੋਵੇ,
ਸਾਨੂੰ ਦਿਸਦਾ ਹੋਵੇ। ਜਦੋਂ ਦੋ ਇਨਸਾਨ ਆਪਸ ਵਿੱਚ ਗੱਲ ਕਰਨ ਤੇ ਅਸੀਂ ਇਸ ਤਰੀਕੇ ਨਾਲ ਤੂੰ ਕਹਿ ਕੇ ਸੰਬੋਧਨ ਕਰਦੇ ਹਾਂ, ਤੇ ਜਿਹੜੀ ਚੀਜ਼ ਦਿਸਦੀ ਨਹੀਂ, ਜਿਹੜਾ ਸ਼ਖਸ ਦਿਸਦਾ ਨਹੀਂ, ਜੇ ਉਹਦੇ ਬਾਰੇ ਗੱਲਬਾਤ ਕਰਨੀ ਹੋਵੇ ਤੇ ਅਸੀਂ ਆਪਸ ਵਿੱਚ ਕਈ ਵਾਰ ਸ਼ਬਦ ਉਹ ਵਰਤਦੇ ਹਾਂ ਕਿ ਉਹ ਫਲਾਨਾ। ਸਾਧ ਸੰਗਤ, ਇਸ ਕਰਕੇ ਜਿਹੜਾ ਦਿਸਦਾ ਹੈ ਉਹਨੂੰ ਹੀ ਤੁਧ ਕਿਹਾ ਜਾਂਦਾ ਹੈ, ਉਹਨੂੰ ਹੀ ਤੂੰ ਕਿਹਾ ਜਾਂਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਉਹ ਪਰਮੇਸ਼ਰ ਵਾਹਿਗੁਰੂ ਦੁਨੀਆ ਤੇ ਹਾਜ਼ਰ ਨਾਜ਼ਰ ਹੈ, ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ ਤੇ ਸਭ ਕੁਝ ਸੰਸਾਰ ਦੇ ਉੱਤੇ ਕਰਨ ਕਾਰਨ ਵਾਲਾ ਸਾਧ ਸੰਗਤ ਜੀ ਉਹ ਪਰਮੇਸ਼ਰ ਵਾਹਿਗੁਰੂ ਆਪ ਹੈ। ਉਹਦੇ ਤੋਂ ਬਿਨਾ ਹੋਰ ਕਿਸੇ ਵੀ ਜੀਵ ਦੇ ਹੱਥ ਵਿੱਚ ਕੁਝ ਵੀ ਨਹੀਂ। ਸੂਹੀ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬੜੇ ਪਿਆਰੇ ਬਚਨ ਇਸੇ ਪੱਖ ਨੂੰ ਅੱਗੇ ਹੋਰ ਉਜਾਗਰ ਕਰਦਿਆਂ ਪੇਸ਼ ਕਰਦੇ ਹਨ। ਮਹਾਰਾਜ ਕਹਿੰਦੇ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰੱਖੀਐ। ਇਹ ਵੱਖਰੀ ਗੱਲ ਹੈ ਕਿ ਦੁਨੀਆ ਦੇ ਉੱਤੇ ਅੱਜ ਆਪਣੇ ਆਪ ਨੂੰ ਇੱਦਾਂ ਦੇ ਸਿਆਣੇ ਅਖਵਾਉਣ ਵਾਲੇ ਕਿ ਮੈਂ ਆਹ ਕੰਮ ਕਰ ਸਕਦਾ, ਜੇ ਤੁਹਾਡਾ ਕੋਈ ਕੰਮ ਰਾਸ ਨਹੀਂ ਆ ਰਿਹਾ ਤੇ ਮੈਂ ਤੁਹਾਡਾ ਕਾਰਜ ਸਰ ਕਰ ਸਕਦਾ, ਇੱਦਾਂ ਦੇ ਬਹੁਤ ਲੋਕ ਦੁਨੀਆ ਤੇ ਗੁੰਮਰਾਹ ਕਰਨ ਵਾਲੇ ਨਜ਼ਰ ਆਉਣਗੇ। ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਪਵਿੱਤਰ ਸ਼ਬਦ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਬਤ ਇਹ ਬਿਆਨ ਕਰਦੇ ਨੇ ਕਿ ਜੋ ਕੁਝ ਦੁਨੀਆ ਤੇ ਕਰਨਹਾਰ ਹੈ ਉਹ ਪਰਮੇਸ਼ਰ ਵਾਹਿਗੁਰੂ ਹੈ ਤੇ ਉਹਦੇ ਤੋਂ ਬਿਨਾ ਹੋਰ ਦੂਜਾ ਕੋਈ ਵੀ ਨਹੀਂ ਹੈ। ਤੂੰ ਕਰਤਾਰ ਕਰਹਿ ਸੋ ਹੋਏ। ਤੇ ਮਹਾਰਾਜ ਕਹਿੰਦੇ ਵੀ ਤੂੰ ਕਰਤਾਰ, ਹੇ ਵਾਹਿਗੁਰੂ ਤੂੰ ਇਸ ਸ੍ਰਿਸ਼ਟੀ ਦਾ ਰਚਨਹਾਰ ਹੈ। ਤੇ ਸਾਧ ਸੰਗਤ ਜੀ, ਜੋ ਤੂੰ ਕਰਦਾ ਹੈ ਉਹੀ ਦੁਨੀਆ ਦੇ ਉੱਤੇ ਹੁੰਦਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਤੇਰੇ ਤੋਂ ਬਾਹਰ ਮਹਾਰਾਜ ਸੱਚੇ ਪਾਤਸ਼ਾਹ ਕੁਝ ਵੀ ਨਹੀਂ, ਸਭ ਕੁਝ ਤੇਰੇ ਹੁਕਮ ਦੇ ਅੰਦਰ ਇਸ ਸੰਸਾਰ ਤੇ ਚੱਲ ਰਿਹਾ ਹੈ। ਬਾਣੀ ਦਾ ਬਚਨ ਹੈ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ। ਤੋ ਸਾਧ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਹੇ ਵਾਹਿਗੁਰੂ ਦੁਨੀਆ ਨੂੰ ਬਣਾਉਣ ਵਾਲੇ ਸੱਚੇ ਪਾਤਸ਼ਾਹ ਜੀ, ਜੋ ਤੂੰ ਕਰਦਾ ਹੈ ਨਾ ਸੰਸਾਰ ਦੇ ਉੱਤੇ ਉਹੀ ਹੁੰਦਾ ਹੈ। ਇਹ ਸਾਰੀ ਸ੍ਰਿਸ਼ਟੀ ਤੇਰੇ ਹੁਕਮ ਵਿੱਚ ਬੱਝੀ ਹੋਈ ਹੈ। ਤੇਰਾ ਜੂਰ ਤੇਰੀ ਮਨ ਟੇਕ। ਤੇ ਸਾਹਿਬ ਜੀ ਕਹਿੰਦੇ ਨੇ, ਮੈਨੂੰ ਨਿਮਾਣੇ ਨੂੰ ਇੱਕ ਤੇਰਾ ਹੀ ਤਾਣ ਹੈ ਔਰ ਇਸ ਕਰਕੇ ਤੇਰਾ ਹੀ ਆਸਰਾ ਹੈ। ਤੇਰੇ ਤੋਂ ਬਿਨਾ ਮੈਂ ਸੰਸਾਰ ਦੇ ਉੱਤੇ ਹੋਰ ਕਿਸੇ ਦਾ ਵੀ ਆਸਰਾ ਨਹੀਂ ਤੱਕਦਾ ਹਾਂ। ਸਦਾ ਸਦਾ ਜਪ ਨਾਨਕ ਏਕ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ ਵੀ ਹੇ ਵਾਹਿਗੁਰੂ ਸਦਾ ਸਦਾ ਜਪ ਨਾਨਕ ਏਕ। ਹੇ ਨਾਨਕ, ਸਦਾ ਵਾਸਤੇ ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਜਿਹੜੀ ਸਿਫਤ ਹੈ ਨਾ ਉਹਨੂੰ ਕਰਦੇ ਰਹਿਣਾ ਚਾਹੀਦਾ ਹੈ। ਸਭ ਉਪਰ ਪਾਰ ਬ੍ਰਹਮ ਦਾ ਤਾਰ। ਸਾਧ ਸੰਗਤ, ਇਹ ਜਿਹੜੀਆਂ ਦੋ ਪੰਕਤੀਆਂ ਇਹ ਰਹਾਉ ਵਾਲੀਆਂ ਪੰਕਤੀਆਂ ਹਨ ਤੇ ਆਮ ਕਰਕੇ ਵਿਦਵਾਨ ਮਹਾਂਪੁਰਖੇ ਦਰਸਾਉਂਦੇ ਨੇ ਵੀ ਸ਼ਬਦ ਦੀ ਜਿਹੜੀ ਸਮੁੱਚੀ ਵਿਚਾਰਧਾਰਾ ਹੈ ਉਹ ਰਹਾਉ ਵਾਲੀਆਂ ਪੰਕਤੀਆਂ ਦੇ ਦੁਆਲੇ ਹੀ ਕੇਂਦਰਿਤ ਹੁੰਦੀ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਫਿਰ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਕਹਿੰਦੇ, ਸਭ ਉੱਪਰ ਵੀ ਸਾਰਿਆਂ ਤੋਂ ਉੱਤੇ ਪਾਰ ਬ੍ਰਹਮ ਦਾਤਾਰ। ਬ੍ਰਹਮ ਸ਼ਬਦ ਬਹੁਤ ਜਗ੍ਹਾ ਤੇ ਸਨਾਤਨ ਮਤ ਅੰਦਰ ਆਇਆ ਹੈ, ਪਰ ਮਹਾਰਾਜ ਨੇ ਅਕਾਲ ਪੁਰਖ ਵਾਸਤੇ ਜਦੋਂ ਸ਼ਬਦ ਵਰਤੇ ਤੇ ਬ੍ਰਹਮ ਤੋਂ ਪਹਿਲਾਂ ਪਾਰ ਸ਼ਬਦ ਪਾਇਆ ਵੀ ਪਾਰ ਬ੍ਰਹਮ, ਜਿਹਦਾ ਕੋਈ ਪਾਰਾਵਾਰ ਨਹੀਂ। ਤੇ ਸਾਹਿਬ ਜੀ ਕਹਿੰਦੇ ਦਾਤਾਰ। ਦਾਤਾਰ ਦਾ ਅਰਥ ਹੈ ਕਿ ਸਾਧ ਸੰਗਤ ਤੋਂ ਹਰ ਇੱਕ ਨੂੰ ਦਾਤਾਂ ਦੇ ਕੇ ਨਵਾਜਣ ਵਾਲਾ ਹੈ। ਅਸੀਂ ਪਾਵਨ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ, ਕਿਹੜੀ ਦਾਤ ਦਿੰਦੇ ਨੇ ਮਹਾਰਾਜ? ਸਾਧ ਸੰਗਤ ਜੀ, ਜਪਜੀ ਸਾਹਿਬ ਦੇ ਅੰਦਰ ਅਸੀਂ ਪੜ੍ਹਦੇ ਹਾਂ, ਕੇਤਿਆ ਦੁਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਹੁਣ ਰੱਬ ਏਡਾ ਬੇਅੰਤ ਹੈ ਵੀ ਉਹੋ ਹੀ ਸਾਨੂੰ ਸੰਸਾਰ ਦੇ ਉੱਤੇ ਦਾਤਾਂ ਦੇ ਕੇ ਨਵਾਜਣ ਵਾਲਾ ਹੈ। ਇਹ ਵੱਖਰੀ ਗੱਲ ਹੈ ਕਿ ਕਈ ਵਾਰ ਸਾਨੂੰ ਚੰਗੀ ਕੋਠੀ ਮਿਲੀ, ਚੰਗੀ ਗੱਡੀ ਮਿਲੀ ਤੇ ਬੰਦੇ ਨੇ ਖੁਸ਼ ਹੋ ਕੇ ਰੱਬ ਦਾ ਸ਼ੁਕਰਾਨਾ ਕਰਨ ਲਈ ਇਹ ਸ਼ਬਦ ਆਪਣੀ ਕੋਠੀ ਦੇ
ਜਾਂ ਆਪਣੀ ਗੱਡੀ ਦੇ ਬਾਹਰ ਲਿਖਾਏ ਕਿ ਇਹ ਭੇ ਦਾਤ ਤੇਰੀ ਦਾਤਾਰ, ਕਿ ਵਾਹਿਗੁਰੂ ਇਹ ਜਿਹੜੀ ਦਾਤ ਹੈ ਨਾ, ਇਹ ਤੇਰੀ ਦਾਤਾਰ ਦੀ ਦਿੱਤੀ ਹੋਈ ਦਾਤ ਹੈ। ਪਰ ਯਾਦ ਰੱਖਣਾ ਸਾਧ ਸੰਗਤ, ਕੇਵਲ ਇੱਕ ਪੰਕਤੀ ਦੇ ਨਾਲ ਅਰਥ ਅਧੂਰੇ ਹਨ। ਜਿਹੜਾ ਸਿੱਖ ਹੈ ਨਾ, ਜਿਹੜਾ ਰੱਬ ਦੀ ਰਜ਼ਾ ਵਿੱਚ ਰਹਿੰਦਾ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਪਲ ਪਲ ਕਰਦਾ ਹੈ, ਉਹ ਉਸ ਪਰਮੇਸ਼ਰ ਅੱਗੇ ਬੇਨਤੀ ਕਰਕੇ ਕਹਿੰਦਾ ਹੈ, ਮਹਾਰਾਜ ਜੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦਿੱਤੀਆਂ, ਸੁੱਖ ਦਿੱਤੇ, ਇਹ ਵੀ ਤੇਰੀ ਦਾਤ। ਪਰ ਜੇ ਰੱਬ ਨਾ ਕਰੇ ਕਿ ਦੁਨੀਆ ਦੇ ਉੱਤੇ ਕਿਤੇ ਗਰੀਬੀ, ਭੁੱਖ ਤੇ ਜਾਂ ਵੱਡੇ ਤੋਂ ਵੱਡਾ ਦੁੱਖ ਵੀ ਆ ਕੇ ਬੰਦੇ ਨੂੰ ਘੇਰ ਲਵੇ, ਮਹਾਰਾਜ ਬਾਣੀ ਵਿੱਚ ਕਹਿੰਦੇ ਇੱਕ ਮਾਰ ਨਹੀਂ ਕਈ ਮਾਰਾਂ ਪੈ ਜਾਣ, ਅਨੇਕਾਂ ਮੁਸ਼ਕਲਾਂ ਬੰਦੇ ਦੀ ਜ਼ਿੰਦਗੀ ਵਿੱਚ ਆ ਜਾਣ, ਤੇ ਸਾਹਿਬ ਕਹਿੰਦੇ ਸਿੱਖ ਉਹ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਅੱਗੇ ਬੇਨਤੀ ਕਰੇ, ਮਹਾਰਾਜ ਜੇ ਮੇਰੀ ਜ਼ਿੰਦਗੀ ਵਿੱਚ ਕੋਈ ਮੈਨੂੰ ਮਾਰ ਪਈ ਹੈ, ਜੇ ਮੇਰੀ ਜ਼ਿੰਦਗੀ 'ਚ ਮੈਂ ਭੁੱਖ ਦੇ ਵਿੱਚ ਹਾਂ, ਗਰੀਬੀ ਵਿੱਚ ਹਾਂ, ਕਿਸੇ ਮੁਸ਼ਕਲ ਵਿੱਚ ਹਾਂ, ਤੇ ਮੈਂ ਤਾਂ ਵੀ ਤੈਨੂੰ ਉਲਾਂਭਾ ਨਹੀਂ ਦੇਵਾਂਗਾ। ਮੈਂ ਇਹ ਨਹੀਂ ਕਹਾਂਗਾ ਵੀ ਰੱਬਾ ਤੂੰ ਮੇਰੇ ਨਾਲ ਧੱਕਾ ਕੀਤਾ ਹੈ। ਮੈਂ ਆਪਣੀ ਜ਼ੁਬਾਨ ਤੋਂ ਇਹ ਨਹੀਂ ਕਹਾਂਗਾ ਕਿ ਪਰਮੇਸ਼ਰ ਜੀ, ਵਾਹਿਗੁਰੂ ਜੀ ਤੁਸੀਂ ਮੇਰੇ ਨਾਲ ਬੜਾ ਮਾੜਾ ਕੀਤਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਖ ਉਹ ਹੈ ਜਿਹੜਾ ਰੱਬ ਵੱਲੋਂ ਦਿੱਤੀ ਹੋਈ, ਭਾਵੇਂ ਦੁੱਖ ਹੋਵੇ, ਭੁੱਖ ਹੋਵੇ, ਇੱਕ ਨਹੀਂ ਸੱਦ ਮਾਰ ਵੀ ਪੈ ਜਾਵੇ, ਉਹਨੂੰ ਵੀ ਆਪਣੀ ਜ਼ਿੰਦਗੀ ਤੇ ਇਹ ਸਮਝੇ ਵੀ ਮਹਾਰਾਜ ਇਹ ਵੀ ਤੇਰੇ ਹੁਕਮ ਵਿੱਚ ਹੈ ਤੇ ਇਹ ਵੀ ਤੇਰੀ ਦਿੱਤੀ ਹੋਈ ਇੱਕ ਦਾਤ ਹੀ ਹੈ। ਕੇਤਿਆ ਦੁੱਖ ਭੂਖ ਸੱਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਪਰ ਸਾਧ ਸੰਗਤ ਆਪਾਂ ਦੁਨਿਆਵੀ ਜੀਵ ਜੂ ਹੋਏ, ਇਸ ਕਰਕੇ ਜੇ ਤੇ ਖੁਸ਼ੀ ਮਿਲੀ ਤੇ ਬੰਦੇ ਨੇ ਕਿਹਾ ਰੱਬ ਦੀ ਦਿੱਤੀ ਦਾਤ, ਪਰ ਜਦੋਂ ਮੁਸ਼ਕਲ ਆਈ ਤੇ ਉਸ ਰੱਬ ਦੇ ਘਰ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਤੇ ਬੰਦਾ ਇੱਧਰ ਉੱਧਰ ਭਟਕਣਾ ਸ਼ੁਰੂ ਕਰ ਦਿੰਦਾ ਹੈ। ਤੇ ਉਦੋਂ ਫਿਰ ਅਸੀਂ ਇਹ ਸਮਝਦੇ ਹਾਂ ਵੀ ਸ਼ਾਇਦ ਉਹ ਲੋਕ ਜਿੱਥੇ ਅਸੀਂ ਗੁੰਮਰਾਹ ਹੋ ਕੇ ਜਾਂਦੇ ਹਾਂ, ਉਹ ਸਾਡੀ ਇਸ ਮੁਸ਼ਕਲ ਨੂੰ ਹੱਲ ਕਰ ਦੇਣਗੇ। ਪਰ ਮਹਾਰਾਜ ਕਹਿੰਦੇ ਨਹੀਂ, ਰੱਬ ਏਡਾ ਵੱਡਾ ਦਾਤਾਂ ਦੇ ਕੇ ਨਵਾਜਣ ਵਾਲਾ ਹੈ, ਵੱਡਾ ਹੈ ਕਿ ਉਹਦੇ ਘਰ ਵਿੱਚ ਦਾਤ ਦੀ ਕੋਈ ਵੀ ਕਮੀ ਨਹੀਂ। ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ, ਦੇਂਦਾ ਦੇ ਲੈਂਦੇ ਥੱਕ ਪਾਹੇ, ਕਿ ਵਾਹਿਗੁਰੂ ਕਿੱਡਾ ਕੁ ਵੱਡਾ ਦਾਤਾ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਵੀ ਮਨੁੱਖ ਜਿਹੜਾ ਉਹਦਾ ਜਨ ਬਣ ਜਾਂਦਾ ਹੈ ਨਾ, ਉਹ ਦਾਤਾਂ ਲੈਂਦਾ ਤੇ ਥੱਕ ਜਾਂਦਾ ਹੈ। ਪਰ ਪਰਮੇਸ਼ਰ ਏਡਾ ਵੱਡਾ ਦਾਤਾ ਹੈ ਕਿ ਉਹ ਦਾਤਾਂ ਦਿੰਦਾ ਕਦੇ ਵੀ ਥੱਕਦਾ ਨਹੀਂ। ਕਿਉਂਕਿ ਮਹਾਰਾਜ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਕਿ ਸਭ ਉੱਪਰ, ਸਾਰਿਆਂ ਤੋਂ ਉੱਤੇ, ਪਾਰ ਬ੍ਰਹਮ ਦਾਤਾਰ, ਉਹ ਪਰਮੇਸ਼ਰ ਵਾਹਿਗੁਰੂ ਦਾਤਾਂ ਦੇਣ ਵਾਲਾ, ਜੋ ਦਾਤਾਂ ਦੇ ਕੇ ਨਵਾਜਦਾ ਹੈ। ਤੇ ਕਿੰਨੀਆਂ ਦਾਤਾਂ ਦਿੰਦਾ, ਮਹਾਰਾਜ ਕਹਿੰਦੇ ਜੁਗਾ ਜੁਗੰਤਰ ਖਾਹੀ ਖਾਹੀ। ਮੈਂ ਕਈ ਵਾਰ ਸਾਧ ਸੰਗਤ ਤੇ ਬੇਨਤੀ ਕਰਦਾ, ਵੇਖੋ ਰੱਬ ਨੇ ਕਿੰਨੀਆਂ ਸਾਨੂੰ ਦਾਤਾਂ ਦੇ ਕੇ ਨਵਾਜਿਆ। ਇੱਕ ਕਿਸਾਨ ਜਦੋਂ ਆਪਣੀ ਜ਼ਮੀਨ ਦੇ ਅੰਦਰ ਬੀਜ ਬੋਂਦਾ ਹੈ ਨਾ, ਤੇ 6 ਮਹੀਨੇ ਬਾਅਦ, 4 ਮਹੀਨੇ ਬਾਅਦ ਜਦੋਂ ਉਹ ਫਸਲ ਪੱਕਦੀ ਹੈ ਤੇ ਅਸੀਂ ਉਹਨੂੰ ਫਸਲ ਨੂੰ ਵੱਢ ਕੇ ਆਪਣੇ ਘਰ ਵਿੱਚ ਸਾਧ ਸੰਗਤ ਜੀ ਉਹਨੂੰ ਜਮ੍ਹਾਂ ਕਰ ਲੈਂਦੇ ਹਾਂ। ਕੁਝ ਲੋਕ ਮੰਡੀਆਂ 'ਚ ਜਾ ਕੇ ਦੇ ਆਉਂਦੇ ਨੇ, ਵੇਚ ਆਉਂਦੇ ਨੇ। ਪਰ ਰੱਬ ਏਡਾ ਵੱਡਾ ਬੇਅੰਤ ਹੈ ਕਿ ਉਹਨੇ ਆਹ ਜਿਹੜੀ ਧਰਤੀ ਹੈ, ਇਹਦੇ ਵਿੱਚ ਇੰਨਾ ਕੁਝ ਪਾਇਆ ਕਿ ਉਹਨੂੰ ਵਾਰ-ਵਾਰ ਉਹ ਬੀਜ ਬੋਣ ਦੀ ਲੋੜ ਨਹੀਂ ਪਈ। ਇੱਕੇ ਵਾਰ ਹੀ ਧਰਤੀ ਵਿੱਚ ਇੰਨੇ ਕੁ ਪਦਾਰਥ ਪਾਏ। ਮਹਾਰਾਜ ਗੁਰੂ ਨਾਨਕ ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਸਾਨੂੰ ਤੇ ਵਾਰ-ਵਾਰ ਬੀਜ ਬੋਣ ਦੀ ਲੋੜ ਪਈ, ਪਰ ਰੱਬ ਏਡਾ ਬੇਅੰਤ ਹੈ, ਉਹ ਇੰਨੀਆਂ ਕੁ ਦਾਤਾਂ ਦੇ ਕੇ ਨਵਾਜਣ ਵਾਲਾ ਹੈ ਕਿ ਉਹਨੇ ਜੋ ਕੁਝ ਧਰਤੀ ਵਿੱਚ ਪਾਇਆ ਇੱਕੇ ਵਾਰੀ ਪਾ ਦਿੱਤਾ, ਉਹਨੂੰ ਵਾਰ-ਵਾਰ ਪਾਉਣ ਦੀ ਜ਼ਰੂਰਤ ਨਹੀਂ ਪਈ। ਸਾਧ ਸੰਗਤ ਸਾਰੀ ਉਮਰ ਅਸੀਂ ਪਕਵਾਨ ਛਕੀ ਜਾਂਦੇ ਹਾਂ। ਵੇਖੋ, ਗੁਰੂ ਘਰ ਆਈਏ, ਰੱਬ ਦੇ ਦਿੱਤੇ ਪਕਵਾਨ ਛਕਦੇ ਹਾਂ, ਆਪਣੇ ਘਰ ਵਿੱਚ ਰਹੀਏ, ਸਵਾਦਲੇ ਭੋਜਨ ਛਕਦੇ ਹਾਂ, ਇੱਥੋਂ ਤੱਕ ਸਾਰੀ ਉਮਰ ਪਹਿਨੀ ਜਾਂਦੇ ਹਾਂ। ਕਦੇ ਵੀ ਰੱਬ ਦੇ ਦਿੱਤੇ ਪਦਾਰਥਾਂ ਵਿੱਚ ਕੋਈ ਕਮੀ ਨਹੀਂ ਆਈ, ਪਕਵਾਨਾਂ 'ਚ ਕੋਈ ਕਮੀ ਨਹੀਂ ਆਈ। ਤੇ ਜਿਹੜੇ ਬਸਤਰ ਰੱਬ ਨੇ ਪਹਿਨਣ ਲਈ ਦਿੱਤੇ, ਸਾਡੇ ਕਬਡ ਭਰੇ ਨੇ, ਸਾਡੀਆਂ ਅਲਮਾਰੀਆਂ ਭਰੀਆਂ ਨੇ। ਬੰਦਾ ਉਹ ਬਸਤਰ ਪਾਉਂਦਿਆਂ ਪਾਉਂਦਿਆਂ ਉਹਦਾ ਸਰੀਰ ਤਾਂ ਕਮਜ਼ੋਰ ਪੈ ਜਾਂਦਾ ਹੈ, ਪਰ ਯਾਦ ਰੱਖਣਾ ਰੱਬ ਦੀਆਂ ਦਿੱਤੀਆਂ ਦਾਤਾਂ ਵਿੱਚ ਕਮੀ ਕੋਈ ਨਹੀਂ ਆਈ। ਪਰ ਮਹਾਰਾਜ ਬਾਣੀ ਵਿੱਚ ਇੱਕ ਪੰਕਤੀ ਕਹਿੰਦੇ ਨੇ, ਕਹਿੰਦੇ ਮੇਰਿਆ ਸਿੱਖਾ,
ਜਿਸ ਰੱਬ ਨੇ ਤੈਨੂੰ ਇੰਨੇ ਛਕਣ ਲਈ ਪਕਵਾਨ ਦਿੱਤੇ ਕਿ ਖਾਂਦਿਆਂ ਖਾਂਦਿਆਂ ਦੰਦ ਘਸ ਗਏ, ਕਮਜ਼ੋਰ ਪੈ ਗਏ, ਜਿਸ ਰੱਬ ਨੇ ਇੰਨੇ ਸੋਹਣੇ ਬਸਤਰ ਦਿੱਤੇ ਕਿ ਪਹਿਨਦਿਆਂ ਪਹਿਨਦਿਆਂ ਸਰੀਰ ਨਿਢਾਲ ਹੋ ਗਿਆ, ਪਰ ਵੇਖ ਉਹ ਰੱਬ ਐਡਾ ਬੇਅੰਤ ਹੈ ਕਿ ਤੂੰ ਜਦੋਂ ਵੀ ਕਿਤੇ ਉਹਦਾ ਸ਼ੁਕਰ ਕਰੇ ਤੇ ਉਹਦਾ ਧੰਨਵਾਦ ਜ਼ਰੂਰ ਕਰਿਆ ਕਰ। ਤੇ ਜੇ ਉਹਦਾ ਧੰਨਵਾਦ ਨਹੀਂ ਨਾ ਕਰਦਾ, ਉਸ ਵਾਹਿਗੁਰੂ ਅਕਾਲ ਪੁਰਖ ਜਿਨੇ ਤੈਨੂੰ ਦਾਤਾਂ ਦੇ ਕੇ ਸੰਸਾਰ ਤੇ ਨਵਾਜਿਆ, ਜੇ ਉਹਦਾ ਸ਼ੁਕਰ ਨਹੀਂ ਕਰਦਾ ਤੇ ਮਹਾਰਾਜ ਕਹਿੰਦੇ ਤੇਰਾ ਸੰਸਾਰ ਤੇ ਆਉਣਾ ਤ੍ਰਿਕਾਰ ਹੈ। ਸਾਹਿਬ ਦੇ ਬਾਣੀ ਵਿੱਚ ਬੋਲ ਨੇ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪੈ ਨੰਦਿਆਂ ਸਭ ਅੰਗ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਨਾਨਕ ਧ੍ਰਿਗ ਤਿੰਨਾ ਕਾ ਜੀਵਿਆ, ਜਿਨੀ ਸੱਚ ਨਾ ਲੱਗੋ ਰੰਗ। ਸਾਹਿਬ ਕਹਿੰਦੇ ਦੰਦ ਘਸ ਗਏ ਛਕਦਿਆਂ, ਰੱਬ ਨੇ ਦਾਤ ਦਿੱਤੀ ਤਾਂ ਹੀ ਛਕੀ ਨਾ। ਆ ਜਿਹੜਾ ਸਰੀਰ ਕਮਜ਼ੋਰ ਪੈ ਗਿਆ ਪਹਿਨਦਿਆਂ, ਰੱਬ ਨੇ ਇੰਨਾ ਕੁਝ ਦਿੱਤਾ, ਤੇ ਜੇ ਅਜੇ ਵੀ ਰੱਬ ਦੇ ਨਾਮ ਦਾ ਰੰਗ ਨਹੀਂ ਲੱਗਾ, ਉਸ ਦਤਾਰ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਨਹੀਂ ਕੀਤਾ, ਤੇ ਮਹਾਰਾਜ ਕਹਿੰਦੇ ਤੇਰਾ ਸੰਸਾਰ ਤੇ ਆਉਣਾ ਤ੍ਰਿਕਾਰ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ ਕਿ ਉਹ ਵਾਹਿਗੁਰੂ ਦਤਾਰ ਹੈ ਤੇ ਸਭ ਨੂੰ ਜੀਵਾਂ ਨੂੰ ਦਾਤਾਂ ਦੇ ਕੇ ਨਵਾਜਦਾ ਹੈ। ਤੇਰੀ ਟੇਕ ਤੇਰਾ ਆਧਾਰ। ਤੇ ਸਾਹਿਬ ਕਹਿੰਦੇ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਟੇਕ ਹੈ, ਉਹਦਾ ਹੀ ਆਸਰਾ ਹੈ, ਤੇ ਉਹਦੇ ਤੇ ਹੀ ਮੇਰਾ ਭਰੋਸਾ ਹੈ, ਉਹਦੇ ਤੇ ਹੀ ਮੇਰਾ ਵਿਸ਼ਵਾਸ ਹੈ। ਰਹਾਉ। ਸੋ ਮਹਾਰਾਜ ਅੱਗੇ ਵਿਸ਼ਰਾਮ ਦੇ ਕੇ ਫਿਰ ਸਾਨੂੰ ਸਮਝਾਉਂਦੇ ਹਨ, ਹੈ ਤੂੰ ਹੋਵਨਹਾਰ। ਸਾਹਿਬ ਕਹਿੰਦੇ ਵੀ ਉਹ ਰੱਬ ਵਾਹਿਗੁਰੂ ਦਤਾਰ ਜਿਹੜਾ ਦਾਤਾਂ ਦੇਣ ਵਾਲਾ ਹੈ ਨਾ, ਉਹ ਇੰਨਾ ਕੁ ਬੇਅੰਤ ਹੈ ਵੀ ਹੈ ਤੂੰ ਹੈ, ਵੀ ਵਾਹਿਗੁਰੂ ਤੂੰ ਪਹਿਲਾਂ ਵੀ ਸੀ, ਤੂੰ ਅੱਜ ਵੀ ਹੈ, ਤੇ ਤੂੰ ਹੋਵਨਹਾਰ। ਆਉਣ ਵਾਲੇ ਸਮੇਂ ਵਿੱਚ ਆਪਾਂ ਨਹੀਂ ਹੋਵਾਂਗੇ ਸ਼ਾਇਦ, ਪਰ ਸਾਧ ਸੰਗਤ ਉਹ ਰੱਬ ਐਡਾ ਬੇਅੰਤ ਹੈ ਕਿ ਉਹ ਸ੍ਰਿਸ਼ਟੀ ਸਾਜਣ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਉਹ ਸਾਧ ਸੰਗਤ ਜੀ ਅਖੀਰ ਤੱਕ ਹੈ। ਇਸ ਕਰਕੇ ਉਹਦਾ ਨਾਮ ਦੁਨੀਆ ਤੇ ਸਦਾ ਅਟਲ ਹੈ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਸ ਕਰਕੇ ਉਹਦਾ ਨਾਮ ਸੱਚਾ ਹੈ, ਤੇ ਉਹ ਵਾਹਿਗੁਰੂ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਸਦਾ ਵਾਸਤੇ ਕਾਇਮ ਰਹੇਗਾ। ਅਗਮ ਅਗਾਧ ਊਚ ਆਪਾਰ। ਤੇ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਉਹ ਪਹੁੰਚ ਤੋਂ ਪਰੇ ਹੈ, ਅਪਹੁੰਚ ਹੈ, ਅਪਾਰ ਹੈ, ਤੇ ਮਹਾਰਾਜ ਕਹਿੰਦੇ ਉੱਚਾ ਹੈ ਤੇ ਬੇਅੰਤ ਹੈ। ਜੋ ਤੁਧ ਸੇਵਾਹੇ ਤਿਨ ਭਉ ਦੁਖ ਨਾਹੇ। ਸਾਹਿਬ ਕਹਿੰਦੇ ਵੀ ਜਿਹੜਾ ਉਸ ਗੁਰੂ ਨੂੰ, ਉਸ ਰੱਬ ਜੀ ਨੂੰ ਸਿਮਰਦਾ ਹੈ ਨਾ, ਉਹਨੂੰ ਕਿਸੇ ਵੀ ਤਰੀਕੇ ਦਾ ਡਰ ਨਹੀਂ ਵਿਆਪ ਸਕਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਅਕਾਲ ਪੁਰਖ ਦੀ ਕੀਰਤੀ ਕਰਦਿਆਂ ਕਰਦਿਆਂ ਮੁਜ਼ੱਫਰਾਬਾਦ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੀ ਧਰਤੀ ਤੇ ਹੈ, ਉੱਥੇ ਗਏ। ਮਹਾਰਾਜ ਨਗਰ ਦੀ ਜ਼ੂ ਵਿੱਚ ਗਏ ਨੇ। ਕੀ ਵੇਖਿਆ ਵੀ ਇੱਕ ਬਹੁਤ ਵੱਡਾ ਘਰ, ਜਿਸ ਘਰ ਦੀਆਂ ਚਾਰਾਂ ਨੁੱਕਰਾਂ ਦੇ ਉੱਤੇ ਚਾਰ ਝੰਡੇ ਭਾਵ ਕਿ ਚਾਰ ਧਵੱਜ ਝੂਲਦੇ ਪਏ ਹਨ। ਮਹਾਰਾਜ ਨੇ ਭਾਈ ਮਰਦਾਨੇ ਨੂੰ ਹੁਕਮ ਕੀਤਾ, ਮਰਦਾਨਿਆਂ ਜਾ ਕੇ ਪਤਾ ਕਰ ਵੀ ਇਹ ਕਿਸ ਦਾ ਗ੍ਰਹਿ ਹੈ ਜਿਹਦੇ ਘਰ ਦੀਆਂ ਚਾਰ ਨੁੱਕਰਾਂ ਤੇ ਚਾਰ ਧਵੱਜ ਝੂਲਦੇ ਪਏ ਹਨ। ਵਲੈਤ ਵਾਲੀ ਜਨਮ ਸਾਖੀ ਵਿੱਚ ਬੜੇ ਪਿਆਰੇ ਸ਼ਬਦ ਵਿਦਵਾਨਾਂ ਨੇ ਉਕਰੇ ਨੇ। ਕਹਿੰਦੇ ਉਹਨਾਂ ਸਮਿਆਂ ਦੇ ਅੰਦਰ ਇੱਕ ਰਿਵਾਜ ਸੀ ਕਿ ਜਿਹਦੇ ਘਰ ਵਿੱਚ ਬਹੁਤ ਜ਼ਿਆਦਾ ਸੋਨੇ ਦੀਆਂ ਮੋਹਰਾਂ ਹੁੰਦੀਆਂ ਸੀ ਨਾ, ਉਹ ਆਪਣੇ ਘਰ ਦੀ ਇੱਕ ਨੁੱਕਰ ਤੇ ਇੱਕ ਝੰਡਾ ਲਾਇਆ ਕਰਦਾ ਸੀ, ਜੋ ਅਮੀਰੀ ਦੀ ਨਿਸ਼ਾਨੀ ਸੀ। ਜਿਹਦੇ ਕੋਲ ਥੋੜੀਆਂ ਹੋਰ ਵੱਧ ਗਿਣਤੀ ਵਿੱਚ ਉਹ ਦੋ, ਤੇ ਜਿਹਦੇ ਘਰ ਵਿੱਚ ਕੋਈ ਦੌਲਤ ਦੀ ਕਮੀ ਹੀ ਨਹੀਂ, ਵੀ ਬਹੁਤ ਜ਼ਿਆਦਾ ਕੋਈ ਧਨਾੜ ਅਮੀਰ ਵਿਅਕਤੀ ਹੁੰਦਾ ਸੀ ਨਾ, ਉਹਦੇ ਘਰ ਦੀਆਂ ਚਾਰਾਂ ਨੁੱਕਰਾਂ ਤੇ ਚਾਰ ਝੰਡੇ ਉਹਨਾਂ ਦਿਨਾਂ 'ਚ ਝੂਲਦੇ ਸਨ। ਸਾਧ ਸੰਗਤ ਜੀ ਅੱਜ ਵੀ ਸਾਡੇ ਇਸ ਧਰਤੀ ਦੇ ਉੱਤੇ, ਇਸ ਮਾਝੇ ਦੀ ਧਰਤੀ ਦੇ ਉੱਤੇ ਇੱਕ ਕਹਾਵਤ ਹੈ। ਕਹਿੰਦੇ ਨੇ ਵੀ ਜਦੋਂ ਕਿਤੇ ਦੋ ਬੰਦੇ ਆਪਸ ਵਿੱਚ ਗੱਲ ਕਰਨ ਕਿਸੇ ਵੀ ਵਿਸ਼ੇ ਨੂੰ ਲੈ ਕੇ, ਤੇ ਦੋਵਾਂ ਦਾ ਸਟੇਟਸ ਇੱਕੋ ਜਿਹਾ ਹੋਵੇ, ਤੇ ਜਦੋਂ ਕੋਈ ਇੱਕ ਦੂਜੇ ਨੂੰ ਤਾਨਾ ਮਾਰੇ ਤੇ ਦੂਜਾ ਅੱਗਿਓਂ ਫੇ ਭੌਂ ਕੇ ਕਹਿੰਦਾ ਵੀ ਜਾ ਫਲਾਨਿਆ ਤੈਨੂੰ ਜਾਣਦਾ ਵਾਂ, ਤੇਰੇ ਕਿਹੜੇ ਝੰਡੇ ਝੂਲਦੇ ਨੇ। ਤੋ ਇਹ ਜਿਹੜੀ ਸਾਧ ਸੰਗਤ ਜੀ ਰੀਤ, ਇਹ ਵੀ ਇੱਥੋਂ ਬਣੀ, ਅਖਾਣ ਵੀ ਇੱਥੋਂ ਬਣਿਆ। ਮਹਾਰਾਜ ਨੇ ਭਾਈ ਮਰਦਾਨੇ ਨੂੰ ਭੇਜਿਆ, ਭਾਈ ਸਾਹਿਬ ਗਏ, ਪਤਾ ਕੀਤਾ
ਵੀ ਇਸ ਘਰ ਦੇ ਪਰਿਵਾਰ ਦਾ ਜਿਹੜਾ ਮੁਖੀ ਉਹਦਾ ਨਾਂ ਹੈ ਸੌਣ, ਤੇ ਬਹੁਤ ਧਨਾੜ ਹੈ। ਇਹਦੇ ਉਹਨਾਂ ਦਿਨਾਂ ਵਿੱਚ ਸਮੁੰਦਰੀ ਜਹਾਜ਼ ਚੱਲਿਆ ਕਰਦੇ ਸਨ। ਇਹਨੇ ਆ ਕੇ ਕਿਹਾ, ਮਹਾਰਾਜ ਇਹ ਬਾਬੇ ਸੌਣ ਦਾ ਘਰ ਹੈ। ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਇਹਦੇ ਘਰ 13 ਕੁ ਦਿਨ ਰਹੇ, ਇਹਨੂੰ ਸਤਨਾਮ ਦਾ ਉਪਦੇਸ਼ ਦਿੱਤਾ, ਆਪਣਾ ਸਿੱਖ ਬਣਾਇਆ ਤੇ ਗੁਰਬਾਣੀ ਨਾਲ ਜੋੜਿਆ। ਜਦੋਂ ਕੁਝ ਦਿਨ ਰਹਿ ਕੇ ਮਹਾਰਾਜ ਬਾਬੇ ਸੌਣ ਦੇ ਘਰੋਂ ਤੁਰਨ ਲੱਗੇ ਨਾ, ਇਹਨੇ ਹੱਥ ਜੋੜ ਕੇ ਕਿਹਾ, ਸਤਿਗੁਰੂ ਜੀ ਆਪ ਜੀ ਨਾਲ ਦੁਬਾਰਾ ਕਦੋਂ ਮਿਲਾਪ ਹੋਵੇਗਾ? ਤੇ ਉੱਥੇ ਬਾਬੇ ਨਾਨਕ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ, ਬਾਬਾ ਸੌਣ ਜੇ ਤੇ ਜੁੜੇਗਾ ਸਰੀਰ ਨਾਲ ਤੇ ਦੁਬਾਰਾ ਕਦੇ ਨਹੀਂ ਮਿਲਾਂਗੇ, ਪਰ ਜੇ ਸ਼ਬਦ ਨਾਲ ਜੁੜੇਗਾ, ਜੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜੇਗਾ ਨਾ, ਤੇ ਮੈਂ ਲਿਖ ਕੇ ਦੇ ਜਾਣਾ, ਤੂੰ ਤਾਂ ਕੀ ਆਉਣ ਵਾਲੇ ਸਮੇਂ ਵਿੱਚ ਤੇਰੀਆਂ ਪੁਸ਼ਤਾਂ ਜਦੋਂ ਵੀ ਕਿਤੇ ਤੁਸੀਂ ਸਾਨੂੰ ਯਾਦ ਕਰੋਗੇ, ਗੁਰੂ ਨਾਨਕ ਸਾਹਿਬ ਹਰ ਪੱਖ ਤੋਂ ਤੇਰੇ ਮਦਦਗਾਰ ਹੋਣਗੇ। ਸਾਧ ਸੰਗਤ, ਇਸ ਕਰਕੇ ਮਹਾਰਾਜ ਨੇ ਸ਼ਬਦ ਨਾਲ ਜੋੜਿਆ। ਤੇ ਉਸੇ ਬਾਬੇ ਸੌਣ ਦੀ ਵੰਸ਼ ਵਿੱਚੋਂ ਹੀ ਅੱਗੋਂ ਜਾ ਕੇ ਬਾਬਾ ਮੱਖਣ ਸ਼ਾਹ ਲੁਬਾਣਾ ਹੋਏ, ਜਿਨ੍ਹਾਂ ਦਾ ਜਹਾਜ਼ ਸੂਰਤ ਦੀ ਬੰਦਰਗਾਹ ਗੁਜਰਾਤ ਦੀ ਧਰਤੀ ਤੇ ਜਦੋਂ ਝੱਖੜ ਦੇ ਵਿੱਚ ਤੂਫਾਨ ਦੇ ਵਿੱਚ ਫਸ ਗਿਆ ਨਾ, ਡੱਕੋਂ ਡੋਲੇ ਖਾਣ ਲੱਗਾ, ਤੇ ਸਾਰਿਆਂ ਨੇ ਨਾਲਦਿਆਂ ਨੇ ਕਿਹਾ, ਬਾਬਾ ਅੱਜ ਅਸੀਂ ਸਭ ਦੇਵੀ ਦੇਵਤੇ ਧਿਆ ਲਏ ਨੇ ਤੇ ਸਾਨੂੰ ਯਕੀਨ ਹੋ ਗਿਆ ਵੀ ਸਾਨੂੰ ਕੋਈ ਬਚਾ ਨਹੀਂ ਸਕਦਾ। ਪਰ ਪੀੜੀ ਦਰ ਪੀੜੀ ਜਿਹੜੀ ਵਿਰਾਸਤ ਸਾਂਭ ਕੇ ਰੱਖੀ ਸੀ ਕਿ ਜੋ ਤੁਧ ਸੇਵੈ ਤਿਨ ਭਉ ਦੁਖ ਨਾਹੀਂ, ਕਿ ਵਾਹਿਗੁਰੂ ਜਿਹੜਾ ਤੈਨੂੰ ਯਾਦ ਕਰੇ ਨਾ, ਤੂੰ ਉਹਦੇ ਸਾਰੇ ਦੁੱਖ ਕੱਟ ਦਿੰਨਾ, ਉਹਦੇ ਸਾਰੇ ਡਰ ਕੱਟ ਦਿੰਨਾ। ਬਾਬੇ ਮੱਖਣ ਸ਼ਾਹ ਨੂੰ ਬੜਾ ਵੱਡਾ ਭਰੋਸਾ ਸੀ ਬਾਬੇ ਨਾਨਕ ਤੇ। ਉਹਨਾਂ ਨੇ ਕਿਹਾ, ਇਹ ਤੁਸੀਂ ਕਹਿੰਦੇ ਹੋ ਵੀ ਸਾਨੂੰ ਕੋਈ ਬਚਾ ਨਹੀਂ ਸਕਦਾ, ਪਰ ਮੇਰਾ ਵਿਸ਼ਵਾਸ ਹੈ ਕਿ ਗੁਰੂ ਨਾਨਕ ਸਾਹਿਬ ਸਾਡੇ ਮਦਦਗਾਰ ਰਹੇ ਨੇ ਤੇ ਅੱਜ ਵੀ ਮਦਦਗਾਰ ਬਣ ਕੇ ਮੇਰਾ ਡੁੱਬਦਾ ਜਹਾਜ਼ ਬੰਨੇ ਲਾਉਣਗੇ। ਜਪਜੀ ਸਾਹਿਬ ਦਾ ਪਾਠ ਕੀਤਾ, ਬਾਬੇ ਨਾਨਕ ਦੇ ਚਰਨਾਂ 'ਚ ਅਰਦਾਸ ਕੀਤੀ। ਤੇ ਸਾਧ ਸੰਗਤ ਜੀ, ਸਾਡਾ ਇਤਿਹਾਸ ਕਹਿੰਦਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪ ਮੋਢਾ ਦੇ ਕੇ ਬਾਬੇ ਮੱਖਣ ਸ਼ਾਹ ਦਾ ਡੁੱਬਦਾ ਜਹਾਜ਼ ਬੰਨੇ ਲਾਇਆ। ਹੁਣ ਸਾਖੀ ਤਾਂ ਇੰਨੀ ਹੈ, ਅਸਲ 'ਚ ਇਹਦਾ ਭਾਵ ਅਰਥ ਇਹ ਹੈ ਕਿ ਜਿਹੜਾ ਗੁਰੂ ਦਾ ਹੋ ਜਾਵੇ, ਮੇਰੇ ਪਾਤਸ਼ਾਹ ਕਦੇ ਵੀ ਆਪਣੇ ਸਿੱਖ ਦਾ ਮੋਢਾ ਨਹੀਂ ਲੱਗਣ ਦਿੰਦੇ। ਸਿੱਖ ਦੀ ਥਾਂ ਤੇ ਗੁਰੂ ਨੂੰ ਭਾਵੇਂ ਆਪ ਆਣ ਕੇ ਮੋਢਾ ਲਾਉਣਾ ਪਵੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜੋ ਤੁਧ ਸੇਵੈ, ਹੇ ਅਕਾਲ ਪੁਰਖ ਵਾਹਿਗੁਰੂ, ਜਿਹੜਾ ਤੈਨੂੰ ਸਿਮਰਦਾ ਹੈ ਤਿਨ ਭਉ ਦੁਖ ਨਾਹੀਂ, ਉਹਨੂੰ ਕਿਸੇ ਵੀ ਕਿਸਮ ਦਾ ਡਰ ਤੇ ਕਿਸੇ ਵੀ ਕਿਸਮ ਦਾ ਦੁੱਖ ਨਹੀਂ ਵਿਆਪਦਾ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਤੇ ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣ ਕਿਵੇਂ ਗਾਏ ਜਾ ਸਕਦੇ ਨੇ? ਗੁਰ ਪ੍ਰਸਾਦ, ਕਿ ਜੇ ਗੁਰੂ ਕਿਰਪਾ ਕਰੇ ਨਾ, ਜੇ ਮੇਰਾ ਪਾਤਸ਼ਾਹ ਕਿਰਪਾ ਕਰੇ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਤਾਂ ਹੀ ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਏ ਜਾ ਸਕਦੇ ਹਨ। ਜੋ ਦੀਸਾ ਸੋ ਤੇਰਾ ਰੂਪ। ਫਿਰ ਅੱਗੇ ਤੀਸਰੇ ਬੰਦ ਵਿੱਚ ਮਹਾਰਾਜ ਕਹਿੰਦੇ ਨੇ ਕਿ ਦੁਨੀਆ ਤੇ ਜੋ ਵੀ ਦਿਸ ਰਿਹਾ ਇਹ ਸਭ ਤੇਰਾ ਰੂਪ ਹੈ। ਚਾਹੇ ਕੋਈ ਬਨਸਪਤੀ ਹੈ, ਕੁਦਰਤ ਹੈ, ਫੁੱਲ ਨੇ, ਫਲ ਨੇ, ਜੋ ਕੁਝ ਵੀ ਹੈ। ਕਿਉਂਕਿ ਬਾਣੀ ਦੇ ਅੰਦਰ ਇਹ ਵੀ ਬਚਨ ਆਇਆ ਨਾ, ਬਲਿਹਾਰੀ ਕੁਦਰਤ ਵਸਿਆ, ਕਿ ਵੇਖੋ ਦੁਨੀਆ ਦੇ ਉੱਤੇ ਆ ਜਿਹੜੀ ਕੁਦਰਤ ਹੈ ਨਾ, ਇਸ ਕੁਦਰਤ ਤੋਂ ਵੀ ਮਹਾਰਾਜ ਬਲਿਹਾਰ ਜਾਂਦੇ, ਕਿਉਂਕਿ ਉਹ ਹੈ ਜੋ ਕਣ ਕਣ ਦੇ ਅੰਦਰ ਹੈ, ਉਹ ਸਾਡੇ ਅੰਦਰ ਵੀ ਹੈ ਤੇ ਉਹ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ। ਮੈਨੂੰ ਇੱਕ ਛੋਟੀ ਜੀ ਘਟਨਾ ਯਾਦ ਆ ਰਹੀ ਸਾਧ ਸੰਗਤ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਨਾ, ਤੇ ਅਸੀਂ ਕਈ ਵਾਰ ਇਹ ਸਾਖੀ ਸਰਵਣ ਕੀਤੀ ਹੈ ਕਿ ਸਾਈਂ ਭੀਖਮ ਸ਼ਾਹ ਜਿਹੜਾ ਰੋਜ਼ ਨਮਾਜ਼ ਪੜ੍ਹਿਆ ਕਰਦਾ ਸੀ, ਤੇ ਸਾਧ ਸੰਗਤ ਜੀ, ਜਦੋਂ ਉਹਨੂੰ ਪਤਾ ਲੱਗਾ ਵੀ ਖੁਦਾ ਦਾ ਨੂਰ, ਅੱਲਾ ਦਾ ਨੂਰ ਅੱਜ ਪਟਨੇ ਦੀ ਧਰਤੀ ਤੇ ਪ੍ਰਗਟ ਹੋਇਆ ਹੈ, ਤੇ ਉਹਨੇ ਉਲਟ ਦਿਸ਼ਾ ਵੱਲ ਮੂੰਹ ਕਰਕੇ ਨਮਾਜ਼ ਪੜ੍ਹੀ। ਤੇ ਇਹਦੇ ਨਾਲ ਇਹਦਾ ਇੱਕ ਦੋਸਤ ਸੀ ਜਿਹਦਾ ਨਾਂ ਇਤਿਹਾਸ ਵਿੱਚ ਮੁਰਾਦ ਦਰਵੇਸ਼ ਕਰਕੇ ਆਇਆ ਹੈ। ਇਹਨੇ ਟੀਚਰਾਂ ਵੀ ਕੀਤੀਆਂ ਕਿ ਤੂੰ ਬੋਰਾ ਹੋ ਗਿਆ, ਝੱਲਾ ਹੋ ਗਿਆ, ਹਰ ਰੋਜ਼ ਜਿਹੜੀ ਨਮਾਜ਼ ਸੀ ਉਹ ਪੱਛਮ ਵੱਲ ਨੂੰ ਮੂੰਹ ਕਰਕੇ ਪੜ੍ਹਦਾ ਸਾਂ, ਕਿਉਂਕਿ ਉਧਰ ਕਾਬਾ ਜੂ ਸੀ, ਤੇ ਅੱਜ ਤੂੰ ਉਲਟ ਦਿਸ਼ਾ ਵੱਲ ਨੂੰ ਮੂੰਹ ਕਰਕੇ ਨਮਾਜ਼ ਪੜ੍ਹੀ ਹੈ। ਪਰ ਇੱਕ ਦਿਨ ਆਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਇਹ ਜਿਹੜਾ ਮੁਰਾਦ ਸੀ ਨਾ ਸਾਧ ਸੰਗਤ, ਇਹਦੇ ਵੀ ਮਨ ਵਿੱਚ ਆਇਆ ਕਿ ਮੈਂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾ ਕੇ ਦਰਸ਼ਨ ਦੀਦਾਰ ਕਰਾਂ। ਹੁਣ ਯਾਦ ਰੱਖਣਾ, ਭੀਖਮ ਸ਼ਾਹ ਫਕੀਰ ਹੈ
ਤੇ ਸਾਧ ਸੰਗਤ ਜੀ ਜਿਹੜਾ ਮੁਰਾਦ ਹੈ ਇਹ ਦਰਵੇਸ਼ ਹੈ। ਫਕੀਰਾਂ ਦੇ ਲਿਬਾਸ ਨੂੰ ਜੇਬ ਤਾਂ ਹੁੰਦੀ ਹੈ, ਪਰ ਜਿਹੜਾ ਦਰਵੇਸ਼ ਹੋਵੇ ਨਾ, ਦਰਵੇਸ਼, ਉਹਦੇ ਚੋਲੇ ਨੂੰ ਜੇਬ ਨਹੀਂ ਹੁੰਦੀ। ਉਹ ਆਪਣੇ ਚੋਲੇ ਨੂੰ, ਆਪਣੇ ਲਿਬਾਸ ਨੂੰ ਜੇਬ ਨਹੀਂ ਲਾਉਂਦਾ। ਜਦੋਂ ਇਹ ਮਹਾਰਾਜ ਦੇ ਦਰਬਾਰ ਅੰਦਰ ਗਿਆ, ਕਲਗੀਆਂ ਵਾਲੇ ਪਾਤਸ਼ਾਹ ਦੇ, ਇਹਨੇ ਵੇਖਿਆ ਵੀ ਮੈਂ ਤੇ ਖਾਲੀ ਹੱਥ ਆਇਆ, ਪਰ ਇੱਥੇ ਸਿੱਖ ਆਉਂਦੇ ਨੇ ਤੇ ਮਹਾਰਾਜ ਅੱਗੇ ਕੀਮਤੀ ਭੇਟਾਵਾਂ ਰੱਖਦੇ ਹਨ ਆਪੋ ਆਪਣੀ ਸਮਰੱਥਾ ਦੇ ਮੁਤਾਬਕ। ਤੇ ਮਨ ਵਿੱਚ ਆਇਆ, ਮਨਾ ਕਲਗੀਆਂ ਵਾਲੇ ਪਾਤਸ਼ਾਹ ਨੂੰ ਮਿਲਣਾ ਹੈ, ਤੇ ਕਿਵੇਂ ਮਿਲੇਗਾ, ਤੇਰੇ ਕੋਲ ਤੇ ਦੇਣ ਲਈ ਕੁਝ ਵੀ ਨਹੀਂ। ਇਹਨੇ ਬਾਹਰੋਂ ਇੱਕ ਫੁੱਲ ਤੋੜਿਆ, ਉਹਦੀ ਸੁਗੰਧੀ ਲਈ ਉਹਨੂੰ ਧਰਤੀ ਤੇ ਸਿੱਟ ਦਿੱਤਾ। ਸਾਡੇ ਪੁਰਾਤਨ ਸਰੋਤਾਂ ਵਿੱਚ ਲਿਖਿਆ, ਦੂਜਾ ਫੁੱਲ ਲਿਆ, ਉਹ ਵੀ ਪਸੰਦ ਨਾ ਆਇਆ। 2-3 ਫੁੱਲ ਤੋੜ ਕੇ ਟਾਹਣੀ ਦੇ ਨਾਲੋਂ ਇਹਨੇ ਧਰਤੀ ਤੇ ਸਿੱਟ ਦਿੱਤੇ, ਤੇ ਅਖੀਰੀ ਇੱਕ ਫੁੱਲ ਇਹਨੂੰ ਪਸੰਦ ਆਇਆ। ਇਹਨੇ ਉਹ ਫੁੱਲ ਲਿਆ ਤੇ ਲਿਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਭੇਟਾ ਦੇ ਰੂਪ ਵਿੱਚ ਰੱਖ ਦਿੱਤਾ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਠੇ, ਕਹਿਣ ਲੱਗੇ, ਮੁਰਾਦ ਜੀ ਇਹ ਕੰਮ ਤੁਸੀਂ ਠੀਕ ਨਹੀਂ ਕੀਤਾ। ਮਹਾਰਾਜ ਕਹਿਣ ਲੱਗੇ, ਇਹ ਫੁੱਲ ਤੋੜਨ ਦੇ ਨਾਲ ਗੁਰੂ ਗੋਬਿੰਦ ਸਿੰਘ ਦੀ ਰੂਹ ਦੇ ਉੱਤੇ ਵਾਰ ਹੋਇਆ ਹੈ। ਵੇਖੋ ਮਹਾਰਾਜ ਕਿੱਡੇ ਕੋਮਲ ਦਿਲ ਵਾਲੇ ਸਨ। ਇੱਕ ਫੁੱਲ ਟੁੱਟਦਾ ਹੈ ਤੇ ਉਸ ਦਰਵੇਸ਼ ਨੂੰ, ਮੁਰਾਦ ਨੂੰ ਕਹਿੰਦੇ ਨੇ ਕਿ ਮੇਰੀ ਰੂਹ ਤੇ ਵਾਰ ਹੋਇਆ ਹੈ। ਤੇ ਉਹ ਅੱਗੋਂ ਹੱਥ ਬੰਨ੍ਹ ਕੇ ਕਹਿੰਦਾ, ਮਹਾਰਾਜ ਜਦੋਂ ਮੈਂ ਤੁਹਾਡੇ ਦਰਬਾਰ ਵਿੱਚ ਆਇਆ ਨਾ, ਤੇ ਸਾਰੇ ਕੀਮਤੀ ਨਜ਼ਰਾਨੇ ਰੱਖ ਰਹੇ ਸਨ, ਮੇਰੇ ਕੋ ਦੇਣ ਲਈ ਕੁਛ ਨਹੀਂ, ਇਸ ਕਰਕੇ ਮੈਂ ਇਹ ਭੇਟਾ ਤੁਹਾਡੇ ਅੱਗੇ ਰੱਖ ਦਿੱਤੀ। ਤੇ ਮਹਾਰਾਜ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਜਿਹੜੀ ਸਭ ਤੋਂ ਵੱਡੀ ਭੇਟਾ ਹੈ ਨਾ, ਉਹ ਪ੍ਰੀਤ ਤੇ ਪਿਆਰ ਦੀ ਹੈ। ਕਿ ਜਿਹੜਾ ਮਨ ਵਿੱਚ ਆਪਣੇ ਗੁਰੂ ਪ੍ਰਤੀ ਸ਼ਰਧਾ ਲੈ ਕੇ, ਪਿਆਰ ਲੈ ਕੇ ਇਸ ਦਰਬਾਰ ਦੇ ਵਿੱਚ ਆਉਂਦਾ ਹੈ ਨਾ, ਉਹ ਮਨ ਇਛੀਆਂ ਮੁਰਾਦਾਂ ਪਾ ਕੇ ਇਸ ਦਰਬਾਰ ਵਿੱਚੋਂ ਜਾਂਦਾ ਹੈ। ਇਸ ਕਰਕੇ ਇਸ ਘਰ ਦੇ ਅੰਦਰ ਕੇਵਲ ਭਰੋਸੇ ਨੂੰ ਤੇ ਪਿਆਰ ਨੂੰ ਤੇ ਸ਼ਰਧਾ ਨੂੰ ਜਗ੍ਹਾ ਹੈ। ਯਾਦ ਰੱਖਣਾ ਸਾਧ ਸੰਗਤ, ਟਾਹਣੀ ਤੋਂ ਫੁੱਲ ਟੁੱਟਾ ਤੇ ਮਹਾਰਾਜ ਸ਼ਬਦ ਵਰਤਦੇ ਨੇ ਕਿ ਮੇਰੇ ਦਿਲ ਤੇ ਵਾਰ ਹੋਇਆ ਹੈ। ਤੇ ਜਿੱਦਨ ਆਪਣੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਇਹ ਚਾਰੋਂ ਸਾਹਿਬਜ਼ਾਦੇ ਕੁਰਬਾਨ ਕਰ ਦਿੰਦੇ ਨੇ ਨਾ ਖਾਲਸਾ ਪੰਥ ਤੋਂ। ਤੇ ਪੁੱਤਰਾਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਜਫਰਨਾਮਾ ਔਰੰਗਜ਼ੇਬ ਨੂੰ ਲਿਖਦੇ ਨੇ, ਉਹਦੇ 'ਚ ਇੱਕ ਸ਼ੇਰ ਲਿਖਦੇ ਨੇ, ਚਿਹੇ ਸ਼ੁੱਧ ਕੇ ਚੂੰ। ਇਹਦਾ ਅਰਥ ਹੈ ਵੀ ਕੀ ਹੋਇਆ, ਔਰੰਗਜ਼ੇਬ ਬਚ ਗਏ ਕੁਸ਼ਤ 4, ਵੀ ਮੇਰੇ 4 ਬੱਚੇ ਜਿਹੜੇ ਉਹ ਸ਼ਹੀਦ ਹੋ ਗਏ। ਹੁਣ ਵੇਖੋ ਮਹਾਰਾਜ ਗੁਰੂ ਗੋਬਿੰਦ ਸਿੰਘ ਪੁੱਤਰ ਸ਼ਹੀਦ ਹੋਏ, ਤੇ ਸਾਧ ਸੰਗਤ ਇਹ ਗੱਲ ਲਿਖੀ ਵੀ ਕੀ ਹੋਇਆ ਜੇ 4 ਪੁੱਤਰ ਸ਼ਹੀਦ ਹੋ ਗਏ, ਪਰ ਇੱਕ ਫੁੱਲ ਟਹਿਣੀ ਤੋਂ ਟੁੱਟਾ। ਤੇ ਏਡੇ ਕੋਮਲ ਦਿਲ ਮੁਰਾਦ ਦਰਵੇਸ਼ ਨੂੰ ਕਹਿੰਦੇ ਨੇ ਸਾਡੀ ਰੂਹ ਤੇ ਵਾਰ ਹੋਇਆ। ਕਿਉਂ? ਮਹਾਰਾਜ ਨੇ ਹਰ ਪਾਸੇ ਉਸ ਰੱਬ ਨੂੰ ਵੇਖਿਆ, ਤੇ ਸੱਚੇ ਪਾਤਸ਼ਾਹ ਨੇ ਕਿਹਾ ਜੋ ਵੀ ਦਿਸ ਰਿਹਾ ਹੈ ਇਹ ਮਹਾਰਾਜ ਅਕਾਲ ਪੁਰਖ ਦਾ ਸਵਰੂਪ ਹੈ। ਤੋ ਧੰਨ ਗੁਰੂ ਅਰਜਨ ਦੇਵ ਮਹਾਰਾਜ 5ਵੇਂ ਜਾਮੇ ਵਿੱਚ ਸਾਨੂੰ ਇਹ ਸਮਝਾ ਰਹੇ ਨੇ ਵੀ ਜੋ ਕੁਝ ਵੀ ਸੰਸਾਰ ਤੇ ਨਜ਼ਰ ਆ ਰਿਹਾ ਹੈ ਨਾ, ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਵਰਤਾਰਾ ਹੈ, ਤੇ ਉਹਦਾ ਹੀ ਰੂਪ ਨਜ਼ਰ ਆ ਰਿਹਾ ਹੈ। ਗੁਣ ਨਿਧਾਨ ਗੋਵਿੰਦ ਅਨੂਪ, ਉਹ ਪਰਮੇਸ਼ਰ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ, ਤੇ ਉਹ ਸੋਹਣਾ ਗੋਬਿੰਦ ਹੈ, ਭਾਵ ਧਰਤੀ ਦੀ ਰੱਖਿਆ ਕਰਨ ਵਾਲਾ ਹੈ। ਸਿਮਰ 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 ਜਨ ਸੋਏ। ਤੇ ਸਾਹਿਬ ਫਿਰ ਇਸ ਤੀਸਰੇ ਬੰਦ ਵਿੱਚ ਕਹਿੰਦੇ ਨੇ, ਇਹੋ ਜੇ ਸੋਹਣੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ, ਜਿਨਨੇ ਸਾਨੂੰ 84 ਲੱਖ ਜੂਨਾਂ ਤੋਂ ਬਾਅਦ ਸੋਹਣੀ ਮਨੁੱਖਾ ਦੇਹੀ ਦਿੱਤੀ, ਉਹਨੂੰ ਸਿਮਰਿਆ ਕਰ, ਸਿਮਰਿਆ ਕਰ, ਤੇ ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਇਬਾਦਤ ਕਰਿਆ ਕਰ। ਨਾਨਕ ਕਰਮ ਪ੍ਰਾਪਤ ਹੋਏ। ਤੇ ਸਾਹਿਬ ਜੀ ਕਹਿੰਦੇ ਨੇ ਵੀ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਜਿਹੜਾ ਮਨੁੱਖ ਹੈ ਨਾ, ਉਹ ਵਾਹਿਗੁਰੂ ਅਕਾਲ ਪੁਰਖ ਦੇ ਸਿਮਰਨ ਵਿੱਚ ਜੁੜ ਸਕਦਾ ਹੈ। ਜਿਨ ਜਪਿਆ ਤਿਸ ਕਉ ਬਲਿਹਾਰ। ਤੇ ਸਾਹਿਬ ਕਹਿੰਦੇ ਫਿਰ ਜਿਨਨੇ ਜਪਿਆ ਨਾ ਸੰਸਾਰ ਤੇ ਆ ਕੇ, ਮੈਂ ਉਹਦੇ ਤੋਂ ਵਾਰ ਨੇ ਬਲਿਹਾਰ ਨੇ ਜਾਣਾ। ਸਾਧ ਸੰਗਤ, ਕਿਉਂਕਿ ਨਾਮ ਜਪਣ ਦੇ ਨਾਲ ਜਿੱਥੇ ਸਾਡੀ ਆਤਮਾ ਜਿਹੜੀ ਹੈ ਇਹ ਪ੍ਰਬਲ ਰਹਿੰਦੀ ਹੈ, ਉੱਥੇ ਅਸੀਂ ਮਨ ਕਰਕੇ ਵੀ ਸਦੀਵੀ ਤੌਰ ਤੇ ਚੜ੍ਹਦੀ ਕਲਾ ਵਿੱਚ ਰਹਿੰਦੇ। ਠੀਕ ਹੈ ਵੀ ਦੁਨੀਆ ਦੇ ਵੱਖ-ਵੱਖ ਧਰਮਾਂ ਨੇ ਚਿੰਤਨ ਤੇ ਜ਼ੋਰ ਦਿੱਤਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਸਿਮਰਨ ਦੀ ਗੱਲ, ਨਾਮ ਦੀ ਗੱਲ ਬਹੁਤ ਜਗ੍ਹਾ ਤੇ ਕੀਤੀ ਹੈ। ਔਰ ਸਾਡੀ ਮਰਜ਼ਾਦਾ 'ਚ ਵੀ ਇਹ ਸ਼ਬਦ ਲਿਖੇ ਨੇ ਕਿ ਸਿੱਖ ਪਹਿਰ ਰਾਤ ਰਹਿੰਦੀ ਜਾਗ ਕੇ ਉੱਠ ਕੇ ਇਸ਼ਨਾਨ ਕਰੇ,
ਤੇ ਨਿਤਨੇਮ ਦਾ ਪਾਠ ਆਰੰਭ ਕਰਨ ਤੋਂ ਪਹਿਲਾਂ ਕੁਝ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਧਿਆਨ ਧਰੇ। ਜਿਨ੍ਹਾਂ ਨੇ ਧਿਆਨ ਧਰਿਆ ਨਾ ਸਾਧ ਸੰਗਤ, ਉਹਨਾਂ ਦਾ ਨਾਂ ਦੁਨੀਆ ਤੇ ਧਰੂ ਤਾਰੇ ਵਾਂਗ ਚਮਕਦਾ ਹੈ ਤੇ ਚਮਕਦਾ ਰਹੇਗਾ ਸਦੀਆਂ ਤੱਕ। ਤੁਸੀਂ, ਮੈਂ, ਅਸੀਂ ਸਭ ਨੇ ਇੱਕ ਦਿਨ ਚਲੇ ਜਾਣਾ ਹੈ। ਜਿਹੜਾ ਅੱਜ ਦਾ ਦਿਨ ਹੈ, ਸਿੱਖ ਕੌਮ ਦੇ ਮਹਾਨ ਜਰਨੈਲ ਤੇ ਖਾਸ ਕਰਕੇ ਸਿੱਖ ਰਾਜ ਦਾ ਉਹ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ, ਉਹਨਾਂ ਦੀ ਸ਼ਹਾਦਤ ਦਾ ਦਿਨ ਹੈ। ਸਾਧ ਸੰਗਤ ਜੀ, 1791 ਦਾ ਉਹਨਾਂ ਦਾ ਜਨਮ ਹੈ ਤੇ 1837 ਦੇ ਵਿੱਚ ਉਹਨਾਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਕੇਵਲ 46 ਕੁ ਸਾਲ ਦੀ ਉਮਰ ਹੈ ਤੇ ਇਸ ਭਰ ਜਵਾਨੀ ਦੀ ਉਮਰ ਵਿੱਚ ਉਹਨਾਂ ਨੇ ਸ਼ਹਾਦਤ ਦੇ ਕੇ ਦੁਨੀਆ ਨੂੰ ਦਰਸਾ ਦਿੱਤਾ ਵੀ ਸੱਚਮੁੱਚ ਦੁਨੀਆ ਤੇ ਜਰਨੈਲ ਕਿਹਨੂੰ ਕਹਿੰਦੇ ਹਨ। ਪਿਤਾ ਦਾ ਨਾਮ ਭਾਈ ਗੁਰਦਿਆਲ ਸਿੰਘ ਤੇ ਮਾਤਾ ਦਾ ਨਾਮ ਸੀ ਮਾਤਾ ਧਰਮ ਕੌਰ ਜੀ। ਯਾਦ ਰੱਖਣਾ ਸਾਧ ਸੰਗਤ ਜੀ, 7 ਕੁ ਸਾਲ ਦੀ ਉਮਰ ਦੇ ਸਨ ਕਿ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ ਆਪ ਜੀ ਦੇ ਪਿਤਾ ਜੀ ਇਹ ਸ਼ੁਕਰ ਚੱਕੀਆ ਮਿਸਲ ਦੇ ਅੰਦਰ ਬਹੁਤ ਸਾਰੀਆਂ ਜੰਗਾਂ ਦੇ ਵਿੱਚ ਹਿੱਸਾ ਲੈ ਚੁੱਕੇ ਸਨ। 14 ਕੁ ਸਾਲ ਦੀ ਉਮਰ ਹੋਈ, ਮੁੱਛ ਫੁੱਟ ਗੱਭਰੂ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਲਾਹੌਰ ਦੀ ਧਰਤੀ ਤੇ ਸਾਲ ਵਿੱਚ 2 ਵਾਰ ਬਸੰਤੀ ਦਰਬਾਰ ਲਾਇਆ ਕਰਦੇ ਸਨ। ਉਹਦਾ ਅਰਥ ਇਹ ਹੁੰਦਾ ਸੀ ਕਿ ਉਸ ਦਿਨ ਹਰੇਕ ਬੱਚਾ, ਜਵਾਨ, ਬਜ਼ੁਰਗ ਉਹ ਆਪਣੇ ਸਿਰ ਤੇ ਬਸੰਤੀ ਰੰਗ ਦੀ ਦਸਤਾਰ ਸਜਾ ਕੇ ਤੇ ਲਾਹੌਰ ਦੀ ਧਰਤੀ ਤੇ ਪਹੁੰਚਿਆ ਕਰਦਾ ਸੀ। ਸਾਧ ਸੰਗਤ ਯਾਦ ਰੱਖਣਾ, ਉੱਥੇ ਫਿਰ ਖੇਡਾਂ ਕਰਵਾਈਆਂ ਜਾਂਦੀਆਂ ਸਨ। ਉੱਥੇ ਖਾਲਸਾਈ ਖੇਡਾਂ ਕਰਵਾਈਆਂ ਜਾਂਦੀਆਂ ਸਨ। ਉਹਨਾਂ ਖੇਡਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਪਹਿਲਵਾਨ ਪੇਸ਼ ਕਰਿਆ ਕਰਦਾ ਸੀ। ਉਹਨਾਂ ਨੇ ਆਵਾਜ਼ ਦੇ ਕੇ ਏਲਚੀ ਨੇ ਕਹਿਣਾ ਕਿ ਆਓ ਕੋਈ ਨੌਜਵਾਨ ਜਿਹੜਾ ਮਹਾਰਾਜੇ ਦੇ ਪਹਿਲਵਾਨ ਨਾਲ ਲੜ ਸਕੇ। ਤੇ ਸਾਧ ਸੰਗਤ ਜੀ, ਜੇ ਕਿਸੇ ਦੇ ਅੰਦਰ ਹਿੰਮਤ ਹੋਣੀ, ਗੈਰਤ ਹੋਣੀ ਤੇ ਉਹਨੇ ਮੈਦਾਨ ਦੇ ਅੰਦਰ ਆ ਜਾਣਾ। 14 ਕੁ ਸਾਲ ਦੀ ਉਮਰ, 1805 ਈਸਵੀ, ਸਰਦਾਰ ਹਰੀ ਸਿੰਘ ਨੇ ਆਵਾਜ਼ ਸੁਣੀ ਤੇ ਉਹਨੇ ਕਿਹਾ ਮਹਾਰਾਜੇ ਦੇ ਪਹਿਲਵਾਨ ਮੈਂ ਘੁਲਾਂਗਾ। ਫਿਰ ਸਾਧ ਸੰਗਤ ਉਹਨਾਂ ਨੇ ਢਾ ਲਿਆ ਤੇ ਸਾਡਾ ਇਤਿਹਾਸ ਕਹਿੰਦਾ ਹੈ ਫਿਰ ਹਰੀ ਸਿੰਘ ਨੇ ਕਿਹਾ ਮਹਾਰਾਜਾ ਸਾਹਿਬ ਤੁਸੀਂ 2 ਪਹਿਲਵਾਨ ਭੇਜੋ, ਮੈਂ ਦੋਵਾਂ ਨਾਲ ਕੁਸ਼ਤੀ ਕਰਾਂਗਾ। 2 ਆਏ, ਇਸ ਮੁੱਛ ਫੁੱਟ ਗੱਭਰੂ ਨੇ ਦੋਵਾਂ ਦੇ ਮੋਢੇ ਲਾ ਦਿੱਤੇ। ਅਖੀਰੀ ਫਿਰ 5 ਨਾਲ ਘੁਲਿਆ ਤੇ ਇੰਨਾ ਬਲੀ ਸੀ, ਇੰਨਾ ਤਾਕਤਵਰ ਸੀ ਕਿ ਸਾਧ ਸੰਗਤ ਇਹਨਾਂ ਦੇ ਮਾਮਾ ਜੀ ਨੇ ਇਹਨੂੰ ਘੋੜ ਸਵਾਰੀ ਔਰ ਕੁਸ਼ਤੀ ਤੇ ਹੋਰ ਤਰ੍ਹਾਂ ਤਰ੍ਹਾਂ ਦੀ ਵਿਦਿਆ ਵਿੱਚ ਨਿਪੁੰਨ ਕੀਤਾ ਹੋਇਆ ਸੀ। ਜਦੋਂ 5 ਪਹਿਲਵਾਨਾਂ ਨਾਲ ਘੁਲਿਆ ਨਾ, ਸ਼ੇਰੇ ਪੰਜਾਬ ਨੇ ਮੁਸਕਰਾ ਕੇ ਕਿਹਾ ਜਵਾਨਾ ਤੇਰਾ ਨਾਂ ਕੀ ਹੈ? ਤੇ ਇਹਨੇ ਅੱਗਿਓਂ ਕਿਹਾ, ਕਹਿੰਦਾ ਮਹਾਰਾਜਾ ਸਾਹਿਬ ਮੇਰਾ ਨਾਮ ਮੇਰੀ ਮਾਂ ਨੇ ਹਰੀ ਸਿੰਘ ਰੱਖਿਆ। ਇੰਨੇ ਖੁਸ਼ ਹੋਏ ਮਹਾਰਾਜਾ, ਆਪਣੇ ਗਲ ਚੋਂ ਸੋਨੇ ਦਾ ਕੈਂਠਾ ਲਾ ਕੇ ਸਰਦਾਰ ਹਰੀ ਸਿੰਘ ਦੇ ਗਲ ਵਿੱਚ ਪਾਇਆ ਤੇ ਨਾਲ ਇੱਕ ਗੱਲ ਕਹੀ, ਜਵਾਨਾ ਆਪਣੀ ਮਾਂ ਨਾਲ ਸਲਾਹ ਕਰ ਲਈ, ਜੇ ਤੂੰ ਚਾਵੇਂ ਤੇ ਮੈਂ ਤੈਨੂੰ ਇਸ ਖਾਲਸਾ ਫੌਜ ਦੇ ਅੰਦਰ ਭਰਤੀ ਕਰ ਲਵਾਂਗਾ। ਸਾਧ ਸੰਗਤ ਜੀ, ਉਹ ਭਰਤੀ ਹੋਏ ਤੇ ਮਹਾਰਾਜੇ ਦੀ ਇੱਕ ਰੈਜੀਮੈਂਟ ਸੀ ਜਿਹਦਾ ਨਾਮ ਸੀ ਸ਼ੇਰ ਦਿਲ। ਤੇ ਉਸ ਵੇਲੇ ਫਿਰ ਜਿਹੜਾ ਸਰਦਾਰ ਹਰੀ ਸਿੰਘ ਨਲੂਆ ਸੀ ਉਹਨੂੰ ਇਸ ਸ਼ੇਰ ਦਿਲ ਜਿਹੜੀ ਰੈਜੀਮੈਂਟ ਸੀ ਇਹਦਾ ਕਮਾਂਡਰ ਮਹਾਰਾਜਾ ਰਣਜੀਤ ਸਿੰਘ ਨੇ ਨਿਯੁਕਤ ਕਰ ਦਿੱਤਾ। ਸਾਧ ਸੰਗਤ, ਇਤਿਹਾਸ ਕਹਿੰਦਾ ਹੈ ਕਿ ਕੁਝ ਪੁਰਾਣੇ ਸਮੇਂ 'ਚ ਇੱਕ ਰਾਜਾ ਨਲ ਹੋਇਆ ਸੀ ਤੇ ਉਹਦਾ ਨਲ ਤਾਂ ਸੀ ਨਾ ਕਿ ਉਹਨੇ ਸ਼ੇਰ ਦਾ ਸ਼ਿਕਾਰ ਕੀਤਾ। ਪਰ ਇੱਕ ਦਿਨ ਮਹਾਰਾਜਾ ਜਾ ਰਹੇ ਸਨ ਕਿ ਸਰਦਾਰ ਹਰੀ ਸਿੰਘ ਨੇ ਆਪਣੀ ਤਲਵਾਰ ਨਾਲ ਸ਼ੇਰ ਦਾ ਸ਼ਿਕਾਰ ਕੀਤਾ। ਮਹਾਰਾਜਾ ਸਾਹਿਬ ਏਡੇ ਖੁਸ਼ ਹੋਏ ਕਿ ਉਹਨਾਂ ਨੇ ਸਾਧ ਸੰਗਤ ਨਲੂਏ ਦਾ ਖਿਤਾਬ ਦੇ ਦਿੱਤਾ। ਯਾਦ ਰੱਖਣਾ, ਇਹ ਉਹ ਸਰਦਾਰ ਹਰੀ ਸਿੰਘ ਨਲੂਆ ਹੈ ਜਿਹੜਾ ਅੱਜ ਦੇ ਦਿਨ ਜਮਰੌਦ ਦੇ ਕਿਲੇ ਨੂੰ ਫਤਿਹ ਕਰਦਿਆਂ ਅਫਗਾਨਾਂ ਦੇ ਨਾਲ ਲੜਦਿਆਂ ਹੋਇਆਂ 30 ਅਪ੍ਰੈਲ ਸਨ 1837 ਨੂੰ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਜਾਂਦਾ ਹੈ। ਯਾਦ ਰੱਖਣਾ ਸਾਧ ਸੰਗਤ ਕਿ ਬਹੁਤ ਜ਼ਿਆਦਾ ਜਿਹੜੇ ਅਫਗਾਨ ਲੋਕ ਸਨ ਧਾੜਵੀ ਬਣ ਕੇ ਹਿੰਦੁਸਤਾਨ ਦੀ ਧਰਤੀ ਨੂੰ ਲੁੱਟਣ ਵਾਸਤੇ ਆਇਆ ਕਰਦੇ ਸਨ ਔਰ ਇੱਥੇ ਅਖਾਣ ਬਣ ਗਏ ਸੀ ਭਾਰਤ ਦੀ ਧਰਤੀ ਤੇ ਕਿ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ। ਯਾਦ ਰੱਖਣਾ, ਭਾਰਤ ਦੀ ਧਰਤੀ ਦੇ ਜਿੰਨੇ ਵੀ ਮੰਦਰ ਸਨ, ਵੱਡੇ ਵੱਡੇ ਮੰਦਰਾਂ ਚੋਂ ਸੋਨਾ ਲਾ ਕੇ ਲੋਕ ਲੁੱਟ ਕੇ ਲੈ ਜਾਇਆ ਕਰਦੇ। ਇੱਥੋਂ ਦੀਆਂ ਬਹੂ ਬੇਟੀਆਂ ਨੂੰ ਗਜਨੀ ਦੇ ਬਾਜ਼ਾਰਾਂ 'ਚ ਜਾ ਕੇ ਟਕੇ ਟਕੇ ਤੇ ਨਿਲਾਮ ਕਰਿਆ ਕਰਦੇ। ਜਿਨ੍ਹਾਂ ਸਮਿਆਂ 'ਚ ਗਜਨੀ ਦੇ ਬਾਜ਼ਾਰਾਂ ਵਿੱਚ ਸਬਜ਼ੀ ਦਾ ਰੇਟ ਵੀ 5 ਟਕੇ ਨੂੰ ਕਿਲੋ ਸੀ, ਉਦੋਂ 1-1 ਟਕੇ ਤੇ ਹਿੰਦੁਸਤਾਨ ਦੀ ਇੱਜ਼ਤ ਨਿਲਾਮ ਹੁੰਦੀ ਰਹੀ। ਇੰਨੀ ਗੁਲਾਮੀ ਸੀ। ਪਰ ਭਲਾ ਹੋਵੇ
ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉਸ ਜਰਨੈਲ ਨੇ ਇਹਨਾਂ ਧਾੜਵੀਆਂ ਦੇ ਰਾਹ ਰੋਕ ਦਿੱਤੇ, ਜਮਰੌਦ ਦਾ ਵੱਡਾ ਕਿਲ੍ਹਾ ਉਸਾਰਿਆ ਤੇ ਮੂੰਹ ਭੰਨ ਕੇ ਰੱਖ ਦਿੱਤੇ। ਉਹਦੇ ਤੋਂ ਬਾਅਦ ਕੋਈ ਵੀ ਧਾੜਵੀ ਬਣ ਕੇ ਹਿੰਦੁਸਤਾਨ ਨੂੰ ਲੁੱਟਣ ਨਹੀਂ ਆਇਆ। ਯਾਦ ਰੱਖਣਾ ਖਾਲਸਾ ਜੀ, ਅੱਜ ਉਸ ਸ਼ੇਰ ਜਰਨੈਲ ਦਾ ਸ਼ਹੀਦੀ ਦਿਨ ਹੈ। ਆਮ ਕਰਕੇ ਅਸੀਂ ਜਦੋਂ ਹਿਸਟਰੀ ਨੂੰ ਪੜ੍ਹਦੇ ਹਾਂ ਤੇ ਕਹਿੰਦੇ ਅਮਰੀਕਾ ਵਰਲਡ ਦੀ 1 ਨੰਬਰ ਪਾਵਰ ਹੈ। ਅੱਜ ਤੱਕ ਅਮਰੀਕਾ ਨੇ ਕਈ ਦੇਸ਼ ਜਿੱਤੇ ਨੇ, ਪਰ ਖਾਲਸਾ ਜੀ ਯਾਦ ਰੱਖਣਾ ਇਹ ਵੀ ਸੱਚ ਹੈ ਵੀ ਇੱਕ ਦੇਸ਼ ਐਸਾ ਹੈ ਜਿਹਨੂੰ ਜਿੱਤਣਾ ਤੇ ਦੂਰ, ਉਸ ਵਰਲਡ ਦੀ 1 ਨੰਬਰ ਪਾਵਰ ਅਮਰੀਕਾ ਨੇ ਅੱਜ ਤੱਕ ਉਧਰ ਨੂੰ ਮੂੰਹ ਨਹੀਂ ਕੀਤਾ। ਉਹ ਦੇਸ਼ ਹੈ ਅਫਗਾਨਿਸਤਾਨ। ਕਿਉਂਕਿ ਅਫਗਾਨਿਸਤਾਨ ਦੇਸ਼ ਦੇ ਅੰਦਰ ਇੱਕ ਕੌਮ ਰਹਿੰਦੀ ਹੈ ਜਿਹੜੇ ਕੱਟੜ ਤਾਲਿਬਾਨੀ ਮੰਨੇ ਜਾਂਦੇ ਨੇ, ਔਰ ਉਹਨਾਂ ਦੀਆਂ ਵੀਡੀਓ ਬਹੁਤ ਸਾਰੀਆਂ ਫੇਸਬੁੱਕ ਤੇ ਅੱਜ ਕੱਲ੍ਹ ਮਿਲ ਜਾਂਦੀਆਂ ਨੇ। ਆਮ ਕਰਕੇ ਸਮਝਿਆ ਜਾਂਦਾ ਹੈ ਕਿ ਬੜੇ ਡਰਾਉਣੇ ਤੇ ਜਾਹਲ ਕਿਸਮ ਦੇ ਲੋਕ ਹਨ। ਜੇ ਕਿਤੇ ਅਫਗਾਨੀਆਂ ਤੇ ਤਾਲਿਬਾਨੀਆਂ ਨੂੰ ਇਤਿਹਾਸ ਵਿੱਚ ਕਿਸੇ ਕੌਮ ਨੇ ਜਿੱਤਿਆ ਹੈ, ਉਹ ਅੱਜ ਤੱਕ ਇੱਕੋ ਹੀ ਕੌਮ ਨੇ ਜਿੱਤਿਆ, ਖਾਲਸਾ ਨੇ। ਔਰ ਸਾਧ ਸੰਗਤ ਜੀ, ਉਹ ਸਰਦਾਰ ਹਰੀ ਸਿੰਘ ਨਲੂਆ ਸੀ ਜਿਨ੍ਹਾਂ ਉਸ ਅਫਗਾਨਿਸਤਾਨ ਦੀਆਂ ਜੂਹਾਂ ਵਿੱਚ ਜਾ ਕੇ ਕੇਸਰੀ ਰੰਗ ਦਾ ਝੰਡਾ ਚਲਾਇਆ ਸੀ। ਔਰ ਇਸ ਕਰਕੇ ਸਾਧ ਸੰਗਤ ਜੀ, ਉਹ ਜਰਨੈਲ ਤੇ ਜਦੋਂ ਉਹਨਾਂ ਲੋਕਾਂ ਨੇ ਜਿਹੜੇ ਕਿਸੇ ਸਮੇਂ ਤੇ ਧਾੜਵੀ ਬਣ ਕੇ ਆਉਂਦੇ ਸੀ ਨਾ, ਅੱਜ ਜਦੋਂ ਉਹਨਾਂ ਲੋਕਾਂ ਦੇ ਪਹਿਰਾਵੇ ਵੱਲ ਵੇਖੀਦਾ ਹੈ, ਆਉਂਦੇ ਤੇ ਪਹਿਲਾਂ ਵੀ ਸੀ ਤੇ ਆਉਂਦੇ ਉਹ ਬਾਅਦ ਵਿੱਚ ਵੀ ਰਹੇ। ਪਹਿਲਾਂ ਧਾੜਵੀ ਬਣ ਕੇ ਆਉਂਦੇ ਸਨ ਤੇ ਸਰਦਾਰ ਹਰੀ ਸਿੰਘ ਨਲੂਆ ਜਦੋਂ ਉਸ ਧਰਤੀ ਤੇ ਪਹੁੰਚਿਆ, ਉਹਨੇ ਜਮਰੌਦ ਦਾ ਕਿਲ੍ਹਾ ਬਣਾਇਆ, ਉਹਨੇ ਮੂੰਹ ਬੰਦ ਕੀਤਾ ਵੀ ਭਾਰਤ ਨੂੰ ਕੋਈ ਲੁੱਟ ਨਹੀਂ ਸਕਦਾ। ਉਹਦੇ ਤੋਂ ਬਾਅਦ ਵੀ ਇਹ ਪਠਾਨ ਆਉਂਦੇ ਰਹੇ। ਉਹਨਾਂ ਦਾ ਪਹਿਰਾਵਾ ਔਰਤਾਂ ਵਾਲਾ ਹੁੰਦਾ ਹੈ ਆਮ ਕਰਕੇ, ਕਿਉਂਕਿ ਉਹਨਾਂ ਨੇ ਸਾਡਾ ਇਤਿਹਾਸ ਪੜ੍ਹਿਆ ਸੀ ਵੀ ਇਹ ਜਿਹੜੇ ਸਿੱਖ ਨੇ ਏਡੇ ਬਹਾਦਰ ਨੇ, ਇੱਕ ਤੇ ਯੁੱਧ ਵਿੱਚੋਂ ਭੱਜੇ ਜਾਂਦੇ ਦੀ ਪਿੱਠ ਤੇ ਵਾਰ ਨਹੀਂ ਕਰਦੇ, ਤੇ ਦੂਸਰਾ ਕਿਸੇ ਬੱਚੇ ਤੇ ਜਾਂ ਕਿਸੇ ਤੀਵੀ ਜਾਂ ਔਰਤ ਦੇ ਉੱਤੇ ਵਾਰ ਨਹੀਂ ਕਰਦੇ। ਉਹਨਾਂ ਨੇ ਆਪਣੇ ਪਹਿਰਾਵੇ ਬਦਲ ਲਏ। ਅੱਜ ਤੱਕ ਉਸ ਧਰਤੀ ਦੇ ਉੱਤੇ ਜਦੋਂ ਕੋਈ ਮਾਂ ਆਪਣੇ ਬੱਚੇ ਨੂੰ ਡਰਾਉਂਦੀ ਹੈ ਤੇ ਅਸੀਂ ਇੱਥੇ ਕਹਿੰਦੇ ਆ ਨਾ ਕਿ ਬੇਟਾ ਚੁੱਪ ਕਰ ਜਾ ਨਹੀਂ ਤੇ ਮਾਊ ਆ ਜਾਵੇਗਾ, ਪਰ ਉੱਥੇ ਇਸ ਤਰ੍ਹਾਂ ਨਹੀਂ ਡਰਾਇਆ ਜਾਂਦਾ। ਉੱਥੇ ਇਹ ਕਿਹਾ ਜਾਂਦਾ ਹੈ ਕਿ ਬੱਚਿਆ ਚੁੱਪ ਕਰ ਜਾ ਨਹੀਂ ਤੇ ਹਰੀਆ ਰਾਗਲੇ ਭਾਵ ਸਰਦਾਰ ਹਰੀ ਸਿੰਘ ਆ ਜਾਵੇਗਾ। ਅੱਜ ਵੀ ਉਹਨਾਂ ਲੋਕਾਂ ਨੂੰ ਇੰਨਾ ਡਰ ਹੈ। ਤੇ ਸਾਧ ਸੰਗਤ ਆਉਂਦੇ ਅੱਜ ਵੀ ਨੇ, ਉਹਨਾਂ ਦੇ ਹੱਥਾਂ ਵਿੱਚ ਸਾਧ ਸੰਗਤ ਜੀ ਕੁਹਾੜੇ ਹੁੰਦੇ ਨੇ ਤੇ ਹੱਥ ਜੋੜ ਕੇ ਕਹਿੰਦੇ ਵੀ ਸਾਡੀ ਰੋਟੀ ਪੂਰੀ ਹੋ ਜਾਵੇਗੀ, ਕਿਰਪਾ ਕਰੋ ਬਾਲਣ ਪੜਵਾ ਲਓ। ਮਤਲਬ ਇੱਥੋਂ ਤੱਕ ਜੇ ਉਹਨਾਂ ਲੋਕਾਂ ਦਾ ਗ੍ਰਾਫ ਡਿੱਗਿਆ ਤੇ ਉਹਦਾ ਕਾਰਨ ਇਹੀ ਸੀ ਕਿ ਪਹਿਲਾਂ ਕਿਸੇ ਕਿਸਮ ਤੇ ਉਹ ਜ਼ੁਲਮ ਕਰਦੇ ਸਨ ਕਿਸੇ ਸਮੇਂ ਤੇ, ਪਰ ਸਾਡੇ ਇਹਨਾਂ ਮਹਾਨ ਜਰਨੈਲਾਂ ਨੇ ਉਸ ਧਰਤੀ ਤੇ ਪਹੁੰਚ ਕੇ ਖਾਲਸੇ ਦਾ ਪਰਚਮ ਚਲਾ ਕੇ ਸਾਧ ਸੰਗਤ ਜੀ ਦੁਨੀਆ ਤੇ ਦੱਸ ਦਿੱਤਾ ਵੀ ਇਹ ਕੌਮ ਕਿੱਡੀ ਮਹਾਬਲੀ, ਕਿੱਡੀ ਤਾਕਤਵਰ ਕੌਮ ਹੈ। ਔਰ ਇਹ ਉਹ ਕੌਮ ਹੈ ਜਿਹੜੀ ਕਦੇ ਵੀ ਜ਼ਬਰ ਤੇ ਜ਼ੁਲਮ ਜਿਹੜਾ ਹੈ ਉਹਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਹੁੰਦਿਆਂ ਵੇਖ ਨਹੀਂ ਸਕਦੀ। ਗੁਰੂ ਸਾਹਿਬ ਕਿਰਪਾ ਕਰਨ, ਉਸ ਸ਼ਹੀਦ ਦੇ ਜੀਵਨ ਤੋਂ ਸਾਨੂੰ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ। ਤੋਂ ਮੈਂ ਵਾਪਸ ਸ਼ਬਦ ਤੇ ਆਉਣਾ ਚਾਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇਕ ਦਿਲ ਰੂਹਾਂ ਬਾਰੇ, ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਸਿਮਰਨ ਨਾਲ ਆਪਣੇ ਮਨ ਅੰਦਰ ਦ੍ਰਿੜਤਾ ਲਿਆਂਦੀ, ਆਪਣੇ ਮਨ ਨੂੰ ਮਜ਼ਬੂਤ ਕੀਤਾ, ਜਿਨ੍ਹਾਂ ਨੇ ਸ਼ਬਦ ਦਾ ਸਹਾਰਾ ਲਿਆ, ਨਾਮ ਜਪ ਕੇ ਚੰਗੇ ਕਰਮ ਕੀਤੇ, ਪੰਥ ਦੀ ਖਾਤਰ ਸਾਧ ਸੰਗਤ ਜੀ ਸੰਘਰਸ਼ ਕੀਤੇ। ਅੱਜ ਵੀ ਅਸੀਂ ਉਹਨਾਂ ਸੂਰਬੀਰ ਯੋਧਿਆਂ ਨੂੰ ਯਾਦ ਕਰਦੇ ਹਾਂ। ਤੇ ਮੈਂ ਬੇਨਤੀ ਕਰਾਂਗਾ, ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ ਤੇ ਉਸ ਜਰਨੈਲ ਦੀ ਯਾਦ ਵਿੱਚ ਭੋਗ ਵੀ ਪਾਏ ਜਾ ਰਹੇ ਹਨ। ਤੇ ਦੂਸਰਾ, ਇਸੇ ਹੀ ਪਾਵਨ ਪਵਿੱਤਰ ਅਸਥਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਵੱਲੋਂ ਸਾਧ ਸੰਗਤ ਪਰਸੋਂ ਦੇ ਰੋਜ਼ ਤੋਂ ਤੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ। ਉਹਨਾਂ ਦੇ ਵੀ ਅੱਜ ਕਥਾ ਤੋਂ ਉਪਰੰਤ ਭੋਗ ਪੈਣੇ ਹਨ। ਤੇ ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਵੇਖੋ, ਇਸ ਭਾਰਤ ਦੀ ਆਜ਼ਾਦੀ ਵਾਸਤੇ ਆਪਣੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ। 96% ਸਾਡੀਆਂ ਕੁਰਬਾਨੀਆਂ ਔਰ 2% ਸਾਡੀ ਗਿਣਤੀ ਹੋਵੇ। ਤੇ ਸਾਧ ਸੰਗਤ ਅੱਜ ਵੀ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਅੰਦਰ ਸਜ਼ਾ ਕੱਟ ਚੁੱਕੇ ਸਾਡੇ ਜਿਹੜੇ ਉਹ ਵੀਰ ਨੇ, ਮਹਾਨ ਯੋਧੇ ਨੇ, ਉਹਨਾਂ ਨੂੰ ਭਾਰਤ ਦੀ ਸਰਕਾਰ ਰਿਹਾ ਨਹੀਂ ਕਰ ਰਹੀ। ਆਓ ਇਕੱਤਰ ਹੋ ਕੇ ਸਾਰਾ ਖਾਲਸਾ ਪੰਥ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਆਪਾਂ ਅਰਦਾਸ ਕਰੀਏ, ਬੇਨਤੀ ਕਰੀਏ
ਕਿ ਉਹ ਜਿਹੜੇ ਸਾਡੇ ਸਿੰਘ ਨੇ ਉਹ ਰਿਹਾ ਹੋ ਜਾਣ। ਇਹ ਮੈਂ ਤਾਂ ਬੇਨਤੀ ਕੀਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਜੋ ਸਮਾਗਮ ਹਨ ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੱਲ ਰਹੇ ਨੇ। ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਵੀ ਜਿਹੜੇ ਤੈਨੂੰ ਜਪਦੇ ਨੇ, ਜਿਹੜੇ ਤੈਨੂੰ ਯਾਦ ਕਰਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਤਿਸ ਕੈ ਸੰਗ ਤਰੈ ਸੰਸਾਰ, ਤੇ ਜਿਹੜੇ ਤੈਨੂੰ ਅਰਾਧਦੇ ਨੇ ਵਾਹਿਗੁਰੂ, ਉਹਨਾਂ ਨਾਲ ਜੁੜ ਕੇ ਇਸ ਸੰਸਾਰ ਤੋਂ ਪਾਰ ਹੋ ਸਕੀਦਾ ਹੈ। ਕਹੋ ਨਾਨਕ ਪ੍ਰਭ ਲੋਚਾ ਪੂਰ। ਹੇ ਨਾਨਕ, ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਾਡੀਆਂ ਸਾਰੀਆਂ ਇਛਾਵਾਂ ਦੀ ਪੂਰਤੀ ਕਰਨ ਵਾਲਾ ਹੈ। ਸੰਤ ਜਨਾ ਕੇ ਬਾਛੋ ਧੂਰ। ਤੇ ਇਹੋ ਜਿਹੇ ਜਿਹੜੇ ਸੰਤ ਜਨ ਨੇ, ਰੱਬ ਦੇ ਪਿਆਰੇ ਨੇ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਹਮੇਸ਼ਾ ਲੋਚਦਾ ਹਾਂ। ਇੰਨੀ ਨਿਮਰਤਾ ਸਾਧ ਸੰਗਤ। 2312 ਸ਼ਬਦ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਪਰ ਸਾਰੀ ਬਾਣੀ ਲਿਖ ਕੇ, ਇਹ ਬਾਣੀ ਲਿਖਣ ਤੋਂ ਬਾਅਦ ਇੰਨਾ ਸਮੇਂ ਤੇ ਸੱਚ ਬੋਲਿਆ, ਤੱਤੀ ਤਵੀ ਤੇ ਬਹਿਣਾ ਪਿਆ, ਸੀਸ ਵਿੱਚ ਗਰਮ ਰੇਤਾ ਪਵਾ ਕੇ ਸ਼ਹੀਦ ਹੋ ਗਏ। ਪਰ ਸਾਧ ਸੰਗਤ ਜਦੋਂ ਸਮਾਪਤੀ ਕੀਤੀ ਨਾ ਬਾਣੀ ਦੀ, ਤੇ ਰਾਗ ਮਾਲਾ ਤੋਂ ਪਹਿਲਾਂ ਇੰਨੀ ਸਿਖਰ ਦੀ ਨਿਮਰਤਾ ਵਿਖਾਈ। ਮਹਾਰਾਜ ਕਹਿੰਦੇ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਵਾਹਿਗੁਰੂ ਮੈਂ ਨਿਰਗੁਣਿਆਰਾ ਵਾਂ ਤੇ ਤੂੰ ਮੇਰੇ ਤੇ ਤਰਸ ਕਰਕੇ ਮੇਰੇ ਤੋਂ ਇਹ ਮਹਾਨ ਕਾਰਜ ਕਰਵਾਇਆ ਹੈ। ਇੰਨੀ ਨਿਮਰਤਾ, ਅਤ ਸਿਖਰ ਦੀ ਨਿਮਰਤਾ। ਕਹੋ ਨਾਨਕ ਪ੍ਰਭ ਲੋਚਾਂ ਪੂਰ, ਸੰਤ ਜਨਾ ਕੀ ਬਾਂਛੋਂ ਧੂਰ। ਇਹ ਨਿਮਰਤਾ ਦੀ ਸਿਖਰ ਹੈ ਕਿ ਵਾਹਿਗੁਰੂ ਜਿਹੜੇ ਤੇਰਾ ਨਾਮ ਜਪਦੇ ਨੇ ਨਾ, ਜਿਹੜੇ ਤੇਰੇ ਬੰਦਗੀ ਕਰਦੇ ਨੇ, ਮੈਂ ਤੇਰੇ ਸੰਤ ਜਨਾਂ ਦੀ ਜਿਹੜੀ ਧੂੜ ਹੈ ਉਹਨੂੰ ਆਪਣੇ ਮਸਤਕ ਤੇ ਲਾਉਂਦਾ ਰਵਾਂ। ਆਓ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਉਹਦੇ ਤੇ ਆਪਣਾ ਧਿਆਨ ਕੇਂਦਰਿਤ ਕਰੀਏ ਜੀ। ਜੈਸੀ ਅਗਨ ਉਦਰ ਮਹ ਤੈਸੀ ਬਾਹਰ ਮਾਇਆ। 29ਵੀਂ ਪੌੜੀ ਆਨੰਦ ਬੜੇ ਪਿਆਰ ਸਤਿਕਾਰ ਨਾਲ ਖੋਲ ਕੇ ਸਰਵਣ ਕੀਤਾ ਕਿ ਸਾਹਿਬ ਜੀ ਨੇ ਜਿਹੜੀ ਮਾਤਾ ਦੇ ਉਦਰ ਦੀ ਤਪਸ਼ ਹੈ ਉਹਨੂੰ 28ਵੀਂ ਪੌੜੀ ਦੇ ਅੰਦਰ ਬਿਆਨ ਕੀਤਾ ਸੀ। ਤੇ ਅੱਜ ਦੇ ਇਸ ਪਵਿੱਤਰ ਸ਼ਬਦ ਵਿੱਚ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਜਿੱਦਾਂ ਦੀ ਅਗਨੀ ਮਾਤਾ ਦੇ ਗਰਭ ਅੰਦਰ ਹੈ ਨਾ, ਉਦਾਂ ਦੀ ਹੀ ਅਗਨੀ ਸੰਸਾਰ ਦੇ ਉੱਤੇ ਹੈ। ਸੰਸਾਰ ਤੇ ਕਿਹੜੀ ਅਗਨੀ ਹੈ ਜੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਭ ਤਪਸ਼ੀ ਹੈ ਸਾਧ ਸੰਗਤ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਬਾਹਰ ਦੀ ਮਾਇਆ ਤੇ ਜਿਹੜੀ ਮਾਤਾ ਦੇ ਉਦਰ ਦੇ ਅੰਦਰ ਜਿਹੜੀ ਤਪਸ਼ ਹੈ ਇਹ ਇੱਕੋ ਜਿਹੀ ਹੈ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਤੇ ਮਾਨੋ ਇਹ ਦੋਵੇਂ ਇੱਕੋ ਜੀਆਂ ਹੋਣ ਕਰਕੇ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਖੇਡ ਰਚਾਈ ਹੈ ਸੰਸਾਰ ਉੱਤੇ। ਜਾਤ ਸੁਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ। ਰੱਬ ਦਾ ਹੁਕਮ ਹੋਇਆ ਤੇ ਮਨੁੱਖ ਸੰਸਾਰ ਦੇ ਉੱਤੇ ਪੈਦਾ ਹੋਇਆ, ਉਹਦਾ ਜਨਮ ਹੋਇਆ, ਆਪਣੇ ਪਰਿਵਾਰ ਵਿੱਚ ਆਇਆ ਹੈ। ਲਿਵ ਛੁੜ ਕੇ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਤੇ ਜਦੋਂ ਉਹਦੀ ਲਿਵ ਉਸ ਪਰਮੇਸ਼ਰ ਨਾਲੋਂ ਟੁੱਟ ਗਈ, ਮਾਤਾ ਦੇ ਗਰਭ ਚੋਂ ਬਾਹਰ ਆਇਆ, ਤੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮਾਇਆ ਨੇ ਫਿਰ ਉਹਦੇ ਤੇ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਮਾਇਆ ਜਿਤ ਹਰ ਵਿਸਰਾ, ਮੋਹ ਉਪਜਾ ਭਾਉ ਦੂਜਾ ਲਾਇਆ। ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜੀ ਦੁਨੀਆ ਦੇ ਉੱਤੇ ਮਾਇਆ ਵਿਆਪਦੀ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ, ਈਰਖਾ, ਇਤ ਆਦਿਕ, ਸਾਹਿਬ ਕਹਿੰਦੇ ਜਿਤ ਹਰ ਵਿਸਰੈ, ਇਹ ਉਹਨੂੰ ਹੀ ਵਿਆਪਦੀ ਹੈ ਜਿਹਨੂੰ ਰੱਬ ਭੁੱਲ ਜਾਂਦਾ ਹੈ। ਕਿਉਂਕਿ ਫਿਰ ਇਹੋ ਜਿਹੇ ਮਨੁੱਖ ਮੋਹ ਵਿੱਚ ਪੈ ਕੇ, ਮਾਇਆ ਵਿੱਚ ਪੈ ਕੇ ਰੱਬ ਨਾਲੋਂ ਟੁੱਟ ਜਾਂਦੇ ਹਨ। ਕਹੈ ਨਾਨਕ ਗੁਰ ਪ੍ਰਸਾਦੇ, ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ। ਪਰ ਸਾਹਿਬ ਕਹਿੰਦੇ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੀ ਲਿਵ ਉਸ ਪਰਮੇਸ਼ਰ ਵਾਹਿਗੁਰੂ ਨਾਲ ਜੁੜ ਗਈ ਤੇ ਉਹਨਾਂ ਨੇ ਇਸ ਮਾਇਆ 'ਚ ਰਹਿ ਕੇ ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ। ਰਹਿੰਦੇ 2 ਮਿੰਟਾਂ 'ਚ ਮੈਂ 1-2 ਜ਼ਰੂਰੀ ਬੇਨਤੀਆਂ ਕਰਨੀਆਂ ਸਾਧ ਸੰਗਤ। ਅੱਜ ਪੂਰੇ ਪਾਸੇ ਸਾਰਾ ਜਿਹੜਾ ਸਿੱਖ ਜਗਤ ਹੈ ਨਾ, ਉਹ ਮੰਗ ਕਰ ਰਿਹਾ ਭਾਰਤ ਸਰਕਾਰ ਤੋਂ ਵੀ ਬੰਦੀ ਸਿੰਘ ਰਿਹਾ ਕੀਤੇ ਜਾਣ। ਮੈਂ ਇੱਕ YouTube ਤੇ ਕਲਿੱਪ ਵੇਖਿਆ, ਮੁਸਲਮਾਨਾਂ ਦਾ ਲੀਡਰ ਹੈ, ਉਬੈਸੀ MP ਹੈ, ਤੇ ਸਾਧ ਸੰਗਤ ਯਕੂਬ ਮੈਨਨ ਨਾਂ ਦੇ ਇੱਕ ਮੁਸਲਮਾਨ ਨੂੰ ਅੱਜ ਤੋਂ 9 ਸਾਲ ਪਹਿਲਾਂ ਭਾਰਤ ਦੀ ਸਰਕਾਰ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਉਹਦੇ ਪਰਿਵਾਰ ਨੇ ਰਿਟ ਪਾਈ ਤੇ ਸਵੇਰੇ 3 ਵਜੇ ਤੱਕ ਸੁਪਰੀਮ ਕੋਰਟ ਜਿਹੜਾ ਲੱਗਾ ਰਿਹਾ ਉਹਦੇ ਤੇ ਵਿਚਾਰ ਹੁੰਦੀ ਰਹੀ। 33 ਕਰੋੜ ਮੁਸਲਮਾਨ ਨੇ ਇਸ ਭਾਰਤ ਦੀ ਧਰਤੀ ਦੇ ਉੱਤੇ,
ਤੇ ਹਰ ਕੋਈ ਸਾਧ ਸੰਗਤ ਜੀ ਇਹ ਨਹੀਂ ਸੀ ਕਹਿੰਦਾ ਵੀ ਉਹ ਬਚਣਾ ਚਾਹੀਦਾ, ਪਰਿਵਾਰ ਜ਼ਰੂਰ ਕਹਿ ਰਿਹਾ ਸੀ। ਤੇ ਸਾਧ ਸੰਗਤ ਜਿਹੜਾ ਉਹਦਾ ਕੇਸ ਸੀ ਉਹੀ ਕੇਸ ਭਾਈ ਬਲਵੰਤ ਸਿੰਘ ਰਾਜੋਆਣਾ, ਉਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਆਪਾਂ ਨੂੰ ਸਭ ਨੂੰ ਪਤਾ ਹੈ ਉਦੋਂ ਪੰਥ ਇਕਮੁੱਠ ਹੋਇਆ ਤੇ ਸਾਰਿਆਂ ਨੇ ਸਾਧ ਸੰਗਤ ਜੀ ਮਨ ਬਣਾ ਲਿਆ ਕਿ ਆਪਣੇ ਸਿਰਾਂ ਤੇ ਕੇਸਰੀ ਰੰਗ ਦੀਆਂ ਦਸਤਾਰਾਂ ਸਜਾਈਏ, ਘਰਾਂ ਦੇ ਉੱਤੇ ਕੇਸਰੀ ਰੰਗ ਦੇ ਪਰਚਮ ਚਲਾਈਏ। ਈਵਨ ਕਿ ਦਰਬਾਰ ਸਾਹਿਬ ਦੇ ਅੰਦਰ ਸਾਡੇ ਮਾਨਯੋਗ ਸਿੰਘ ਸਾਹਿਬ ਤੇ ਕੌਮ ਦੇ ਜਥੇਦਾਰਾਂ ਨੇ ਵੀ ਕੇਸਰੀ ਰੰਗ ਦੀਆਂ ਦਸਤਾਰਾਂ ਸਜਾਈਆਂ ਤੇ ਬਿਨਾਂ ਅਪੀਲ ਕਰਨ ਤੋਂ, ਕਿਉਂਕਿ ਉਹਨਾਂ ਦੇ ਪਰਿਵਾਰ ਨੇ, ਯਕੂਬ ਮੈਨਨ ਦੇ ਪਰਿਵਾਰ ਨੇ ਅਪੀਲ ਕੀਤੀ, ਪਰ ਇੱਧਰ ਕਿਸੇ ਨੇ ਅਪੀਲ ਵੀ ਨਹੀਂ ਕੀਤੀ। ਭਾਈ ਬਲਵੰਤ ਸਿੰਘ ਕਹਿੰਦਾ ਸੀ ਮੈਂ ਅਪੀਲ ਨਹੀਂ ਕਰਨੀ, ਪਰ ਇਹਦੇ ਬਾਵਜੂਦ ਵੀ ਉਹ ਜਿਹੜਾ ਸਿੱਖ ਸੀ ਉਹ ਫਾਂਸੀ ਤੇ ਨਹੀਂ ਚੜ ਸਕਿਆ। ਕਿਉਂ? ਕਿਉਂਕਿ ਕੌਮ ਇਕਮੁੱਠ ਸੀ। ਤੇ ਇਹ ਦਲੀਲ ਮੈਂ ਨਹੀਂ ਦੇ ਰਿਹਾ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਮੁਸਲਮਾਨਾਂ ਦਾ ਲੀਡਰ ਉਬੈਸੀ ਕਹਿੰਦਾ। ਉਹ ਕਹਿੰਦਾ ਵੇਖੋ ਮੁਸਲਮਾਨੋ, ਅਸੀਂ 33 ਕਰੋੜ ਸੀ ਤੇ ਤਾਂ ਵੀ ਆਪਣੇ ਬੰਦੇ ਨੂੰ ਬਚਾ ਨਹੀਂ ਸਕੇ। ਸਿੱਖ ਅੱਜ ਇਸ ਭਾਰਤ ਦੇ ਅੰਦਰ ਕੇਵਲ 2% ਹਨ ਤੇ ਇਹਨਾਂ ਨੇ ਅਪੀਲ ਤੋਂ ਬਿਨਾਂ ਹੀ ਆ ਵੇਖੋ ਆਪਣੇ ਉਸ ਯੋਧੇ ਨੂੰ ਫਾਂਸੀ ਨਹੀਂ ਲੱਗਣ ਦਿੱਤਾ। ਮਤਲਬ ਬਹੁਤ, ਕਿਉਂਕਿ ਗੱਲ ਉੱਥੇ 2% ਦੀ ਨਹੀਂ ਸੀ, ਗੱਲ ਸੀ ਏਕਤਾ ਦੀ, ਗੱਲ ਸੀ ਇੱਕ ਝੰਡੇ ਥੱਲੇ ਆਉਣ ਦੀ। ਗੱਲ ਇਹ ਸੀ ਵੀ ਅਸੀਂ ਇਕੱਠੇ ਹੋਏ ਔਰ ਸਾਧ ਸੰਗਤ ਜੀ ਅੱਜ ਆਪੋ ਆਪਣੀ ਡਫਲੀ ਵਜਾਉਣੀ ਛੱਡ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਇਕੱਠੇ ਹੋਈਏ ਔਰ ਜਿਹੜੇ ਕੌਮੀ ਸੰਘਰਸ਼ ਜਿਨ੍ਹਾਂ ਯੋਧਿਆਂ ਨੇ ਕੀਤਾ ਉਹਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰੀਏ। ਗੁਰੂ ਕਿਰਪਾ ਕਰੇ, ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਆਪਾਂ ਸਾਰੇ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਦਈਏ। ਆਓ ਆਖਰੀ 2 ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰਾਂਗੇ ਜੀ। ਇਹ ਮਾਇਆ ਜਿਤ ਹਰ ਵਿਸੁਰਾ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।